ਜੇ ਟੋਲ ਪਲਾਜ਼ਾ ਕੰਪਨੀ ਛੱਡ ਕੇ ਭੱਜਦੀ ਆ 70 72 ਮੁੰਡੇ ਚਿੱਟਾ ਪੀਣ ਲੱਗਣਗੇ, ਫਿਰ ਬੇਰੁਜ਼ਗਾਰ ਹੋ ਗਏ ਕਿ ਕਿਸੇ ਦੀਆਂ ਮੋਟਰਾਂ ਤੋਂ ਤਾਰਾਂ ਲਾਉਣਗੇ। ਜੇ ਟੋਲ ਪਲਾਜ਼ਾ ਫ੍ਰੀ ਰਹੂਗਾ ਤੇ ਕੰਪਨੀ ਨੂੰ ਪੈਸਾ ਤਾਂ ਆਉਣਾ ਨਹੀਂਗਾ ਤੇ ਸਾਡੀਆਂ ਜਿਹੜੀਆਂ ਤਨਖਾਹਾਂ ਉਹ ਤਾਂ ਬੰਦ ਆ। ਫਿਰ ਜੀ ਤੁਸੀਂ ਸਾਡੇ ਵਿੱਚ ਆ ਕੇ ਬੈਠੋ, ਤੁਹਾਨੂੰ ਅਸੀਂ ਤਨਖਾਹ ਵੀ ਦਵਾਵਾਂਗੇ। ਤੁਸੀਂ 200 300 ਰੁਪਏ ਤੇ ਦਿਹਾੜੀ ਕਰਨ ਵਾਲੇ ਲੋਕ ਹੋ, ਤੁਹਾਨੂੰ ਅਸੀਂ ਜਾਣਦੇ ਆ ਤੁਸੀਂ ਕੀ ਚੀਜ਼ ਹੋ। ਤੁਸੀਂ ਗੁੰਡੇ ਹੋ, ਬਵਾਲੀ ਹੋ, ਤੁਸੀਂ ਬਦਮਾਸ਼ ਹੋ। ਮਜਬੂਰੀ ਬਸ ਆ ਰਿਹਾ, ਮੈਨੂੰ ਚੱਕਰ ਆਉਂਦੇ ਆ, ਡਿੱਗ ਵੀ ਪੈਣਾ। ਕੋਈ ਦਾਰੂ ਪੀ ਕੇ ਨਹੀਂ ਆਉਂਦਾ, ਕੋਈ ਇਹਨਾਂ ਨੂੰ ਮੰਦਾ ਚੰਗਾ ਨਹੀਂ ਬੋਲਦਾ। ਇੱਕ ਸਾਈਡ ਤੇ ਹੋ ਕੇ ਬਹਿ ਗਏ ਹੋ, ਨਾ ਤੁਸੀਂ ਕੁਝ ਗੱਲ ਤੇ ਆਉਣੇ, ਨਾ ਕੋਈ ਗੱਲ ਛੇੜਦੇ ਹੋ, ਨਾ ਕੋਈ ਤੁਸੀਂ ਇਸ ਨੂੰ ਸੰਘਰਸ਼ ਨੂੰ ਤੇਜ਼ ਕਰਦੇ ਹੋ। ਚੁੱਪ ਕਰਕੇ ਬੈਠੇ ਹੋ, ਲੰਗਰ ਪਹੁੰਚ ਜਾਂਦਾ, ਖਾ ਲੈਂਦੇ ਹੋ, ਪੈ ਜਾਂਦੇ ਹੋ, ਨਾਅਰੇ ਲਾ ਲੈਂਦੇ ਹੋ। ਸਾਡੇ 20 ਕਿਲੋਮੀਟਰ ਦੇ ਸਾਡੇ ਪਿੰਡ ਫ੍ਰੀ ਹੋਣੇ ਚਾਹੀਦੇ ਨੇ। ਟੋਲ ਅਸੀਂ ਚੱਲਣ ਦੇਣੇ, ਸਾਡਾ ਰੌਲਾ ਟੋਲ ਨਾਲ ਹੈ। ਨਾ ਚੱਲਣ ਦੇਣਾ ਅੱਜ, ਨਾ ਚੱਲਣ ਦੇਣਾ ਕੱਲ੍ਹ, ਜਿਹਨੇ ਸਾਡਾ ਫੈਸਲਾ ਨਹੀਂ ਹੁੰਦਾ। ਅਣਮਿੱਥੇ ਸਮੇਂ ਲਈ ਬੈਠੇ ਹਾਂ, ਸ਼ਾਂਤਮਈ ਬੈਠੇ ਹਾਂ। RMB ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਮੈਂ ਪਰਮੀਤ ਸਿੰਘ। ਅਸੀਂ ਇਸ ਸਮੇਂ ਖੜੇ ਹਾਂ ਜੀਦਾ ਟੋਲ ਪਲਾਜ਼ੇ ਦੇ ਉੱਪਰ, ਜੋ ਬਠਿੰਡਾ ਤੋਂ ਕੋਟਕਪੂਰਾ ਦੇ ਵਿਚਕਾਰ ਪੈਂਦਾ ਹੈ। ਇੱਥੇ ਇੱਕ ਪਾਸੇ ਤਾਂ ਜੋ ਟੋਲ ਪਲਾਜ਼ੇ ਦੇ ਵਰਕਰ ਸੀ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ ਤੇ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਥੇ ਧਰਨਾ ਲਗਾਇਆ ਹੋਇਆ ਹੈ। ਤੇ ਇਹ ਦ੍ਰਿਸ਼ ਪਹਿਲੀ ਵਾਰ ਦੇਖਣ ਨੂੰ ਹੈ ਜਿੱਥੇ ਇੱਕ ਹੀ ਟੋਲ ਪਲਾਜ਼ੇ ਦੇ ਉੱਪਰ ਦੋ ਵੱਖਰੀਆਂ ਧਿਰਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ। ਆਖਰ ਕੀ ਕਾਰਨ ਨੇ ਕਿ ਇਹਨਾਂ ਦੋਨਾਂ ਧਿਰਾਂ ਨੂੰ ਇੱਥੇ ਧਰਨਾ ਲਗਾਉਣਾ ਪਿਆ? ਪਹਿਲਾਂ ਗੱਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਦੇ ਨਾਲ, ਉਸ ਤੋਂ ਬਾਅਦ ਗੱਲ ਕਰਾਂਗੇ ਇਸ ਟੋਲ ਪਲਾਜ਼ੇ ਦੇ ਕਰਮਚਾਰੀਆਂ ਦੇ ਨਾਲ। ਆਖਰਕਾਰ ਇਹ ਪੂਰਾ ਮਾਮਲਾ ਕੀ ਹੈ, ਆਓ ਗੱਲ ਕਰਦੇ ਹਾਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ। ਆਖਰਕਾਰ ਉਹਨਾਂ ਨੂੰ ਇਹ ਧਰਨਾ ਕਿਉਂ ਲਗਾਉਣਾ ਪਿਆ, ਜਦੋਂ ਕਿ ਪਹਿਲਾਂ ਕਿਸਾਨੀ ਅੰਦੋਲਨ ਦੇ ਵੇਲੇ ਇਹ ਧਰਨੇ ਲੱਗੇ, ਉਸ ਤੋਂ ਬਾਅਦ ਕੋਈ ਟੋਲ ਪਲਾਜ਼ੇ ਫ੍ਰੀ ਹੋਏ ਸੀ। ਹੁਣ ਇਹ ਕਿਸਾਨ ਕਿਉਂ ਬੈਠੇ ਨੇ, ਆਓ ਕਰਦੇ ਹਾਂ ਗੱਲਬਾਤ ਕਿਸਾਨ ਆਗੂਆਂ ਦੇ ਨਾਲ। ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਮਸਲਾ ਜੀ। ਪਹਿਲਾਂ ਤੁਹਾਡਾ ਨਾਮ ਕੀ ਹੈ ਤੇ ਕਿਹੜੀ ਜਥੇਬੰਦੀ ਹੈ ਜੀ? ਮੇਰਾ ਨਾਮ ਸਰਦਾਰ ਨਾਇਬ ਸਿੰਘ ਜੀ ਘਣੀਆਂ ਜੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫਰੀਦਕੋਟ, ਸਿੱਧੂਪੁਰ ਜਥੇਬੰਦੀ ਆਗੂ ਜੀ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸਰਬਜੀਤ ਸਿੰਘ ਜੱਤਗਿੱਲ, ਜੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜ਼ਿਲ੍ਹਾ ਫਰੀਦਕੋਟ ਦਾ ਪ੍ਰਧਾਨ। ਤਾਂ ਇਹ ਪੂਰਾ ਮਾਮਲਾ ਜਿਸ ਤੁਸੀਂ ਇੱਥੇ ਬੈਠੇ ਹੋਏ ਹੋ ਅੱਜ, ਇਹ ਜੀ ਮਾਮਲਾ ਇਹ ਹੈ ਵੀ ਅਸੀਂ ਇੱਥੇ 8 ਤਰੀਕ ਤੋਂ ਬੈਠੇ ਹਾਂ, ਜਿਹੜਾ ਕਿ 20 ਕਿਲੋਮੀਟਰ ਤੱਕ ਅਸੀਂ ਕਿਹਾ ਵੀ ਸਾਡੇ ਜਿਹੜੇ ਪਿੰਡ ਹੈ ਉਹ ਫ੍ਰੀ ਕਰੋ। ਇੱਥੇ ਸਾਡੀ ਟਾਸ ਖੜੀ ਹੈ, ਬਸ ਇਹਨਾਂ ਨੇ 9 ਕਿਲੋਮੀਟਰ ਤੱਕ 9 ਕਿਲੋਮੀਟਰ ਤੱਕ ਫ੍ਰੀ ਕਰੇ ਸੀਗੇ ਪਹਿਲਾਂ। ਹੁਣ ਅਸੀਂ 20 ਕਿਲੋਮੀਟਰ ਸਾਡੀ ਮੰਗ ਹੈ ਵੀ ਸਾਡੇ 20 ਕਿਲੋਮੀਟਰ ਤੱਕ ਸਾਡੇ ਪਿੰਡ ਫ੍ਰੀ ਹੋਣੇ ਚਾਹੀਦੇ ਨੇ। ਜੀ, ਤਾਂ ਇਸ ਨੂੰ ਲੈ ਕੇ ਤੁਹਾਡੀ ਨਾਲ ਕਦੇ ਮੀਟਿੰਗ ਹੋਈ ਹੈ ਇਸ ਤੋਂ ਪਹਿਲਾਂ ਜੀ? ਮੀਟਿੰਗ ਬੜੀ ਹੋ ਗਈ ਜੀ, ਮੀਟਿੰਗ ਦੇ ਵਿੱਚ ਨਿਬੜਦਾ ਕੁਛ ਨਹੀਂਗਾ। ਡਿਪਟੀ ਸਾਹਿਬ ਵੀ ਆਏਗੇ, 2 ਵਾਰੀ ਤਹਿਸੀਲਦਾਰ ਸਾਹਿਬ ਵੀ ਆ ਗਏ, ਇਹਨਾਂ ਦੇ ਉੱਚ ਅਧਿਕਾਰੀ ਵੀ ਆਏਗੇ, ਤੇ ਉਹਦੇ ਵਿੱਚ ਗੱਲ ਕੋਈ ਬਣਦੀ ਨਹੀਂ ਤੇ ਆ ਕੇ ਆਉਂਦੇ ਆ ਗੱਲ ਕਰਕੇ ਵਾਪਸ ਮੁੜ ਜਾਂਦੇ ਨੇ। ਤਾਂ ਇਸ ਤਰ੍ਹਾਂ ਪਹਿਲਾਂ ਕਿਤੇ ਹੋਰ ਟੋਲ ਪਲਾਜ਼ੇ ਫ੍ਰੀ ਕੀਤਾ ਗਿਆ ਕਿਸਾਨਾਂ ਨੂੰ ਜਾਂ ਹੋਰ ਆਸੇ-ਪਾਸੇ ਲੋਕਾਂ ਨੂੰ ਜੀ? ਹਾਂ, ਬਹੁਤ ਥਾਂ ਜੀ। ਕਿੱਥੇ ਜੀ? ਧਨਾਲ ਹੈ ਪਿੰਡ, ਉੱਥੇ 38 ਪਿੰਡ ਹੈ, ਤੇ ਆਪਣੇ ਇੱਧਰ ਤਰਨਤਾਰਨ ਸਾਈਡ ਹੈ, ਸਾਡੀ ਜਥੇਬੰਦੀ ਨੇ ਕਰਾਇਆ। ਹੋਰ ਵੀ ਕਈ ਟੋਲ ਪਲਾਜ਼ੇ ਜਿਹੜੇ ਫ੍ਰੀ ਨੇ 20 ਕਿਲੋਮੀਟਰ ਤੱਕ, ਪਰ ਇਹਨਾਂ ਨੇ ਪਹਿਲਾਂ 10 ਪਿੰਡ ਕੀਤੇ ਸੀ। 10 ਪਿੰਡ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਭਾਈ ਤੁਸੀਂ 20 ਕਿਲੋਮੀਟਰ ਤੱਕ ਫ੍ਰੀ ਕਰੋ। ਇਹ ਹੁਣ ਜਿਹੜਾ ਇੱਥੋਂ ਦਾ NHI ਦਾ ਕੋਈ ਇਹਨਾਂ ਦਾ ਮੈਨੇਜਰ ਸੀਗਾ ਜੀ, ਉਹ ਕਹਿੰਦਾ ਤੁਸੀਂ ਹੋਰ ਪਿੰਡ ਐਡ ਕਰਾਉਣ ਦੀ ਗੱਲ ਕਰਦੇ ਹੋ, ਅਸੀਂ ਤਾਂ ਆ ਵੀ ਬੰਦ ਕਰਤੇ ਜੀ। ਵੀ ਜਾਣੀ ਉਸ ਤਰ੍ਹਾਂ ਗੱਲਬਾਤ 'ਤੇ ਇਹ ਆਉਂਦੇ ਨਹੀਂ ਜਿਹੜੀ ਗੱਲਬਾਤ 'ਤੇ ਆਉਣਾ ਚਾਹੀਦਾ। ਦੂਜਾ ਜਿਹੜੇ ਸਾਡੇ ਮੁਲਾਜ਼ਮ ਵੀਰ ਹੈ, ਇਹਨਾਂ ਨਾਲ ਸਾਡਾ ਕੋਈ ਟਕਰਾਅ ਨਹੀਂ। ਅਸੀਂ ਕਹਿੰਦੇ ਹਾਂ ਵੀ ਤੁਸੀਂ ਸਾਡੇ ਵਿੱਚ ਆ ਕੇ ਬੈਠੋ, ਤੁਹਾਨੂੰ ਅਸੀਂ ਤਨਖਾਹ ਵੀ ਦਵਾਵਾਂਗੇ ਤੇ ਆਪਾਂ ਰਲ ਮਿਲ ਕੇ ਲੜਾਈ ਲੜੀਏ, ਕਿਉਂਕਿ ਲੜਾਈ ਤਾਂ ਸਰਕਾਰ ਦੇ ਖਿਲਾਫ ਹੈ ਜੀ, ਉਹਨਾਂ ਦੀ ਵੀ ਸਾਡੀ ਵੀ, ਤੇ ਅਸੀਂ ਤਾਂ ਸ਼ਾਂਤਮਈ ਬੈਠੇ ਹਾਂ। ਪਰ ਉਹ ਵਾਰੀ ਸਾਡੇ ਬੰਦਿਆਂ ਨੂੰ, ਸਾਡੀ ਜਥੇਬੰਦੀਆਂ ਨੂੰ ਜਲੀਲ ਕਰ ਰਹੇ ਆ। ਪਰ ਅਸੀਂ ਫਿਰ ਵੀ ਹੱਥ ਬੰਨ੍ਹ ਕੇ ਬੇਨਤੀ ਉਹਨਾਂ ਨੂੰ ਕਰਦੇ ਹਾਂ ਵੀ ਉਹ ਸਾਡੇ ਵਿੱਚ ਆ ਕੇ ਬੈਠਣ, ਉਹਨਾਂ ਦੀ ਤਨਖਾਹ ਜਿਹੜੀ ਉਹ ਮਿਲੇਗੀ, ਔਰ 20 ਪਿੰਡ ਵੀ ਫ੍ਰੀ ਕਰਵਾਵਾਂਗੇ, ਕਿਉਂਕਿ ਇੱਕ ਉਂਗਲ ਇੱਕ ਹੀ ਹੁੰਦੀ ਹੈ, ਇੱਕ ਮਾਰਾਂਗੇ ਟੁੱਟ ਜਾਂਦੀ ਹੈ, ਤੇ ਜੇ 2
ਤਾਂ ਉਹ ਸਮਝ ਲਾ ਵੀ ਹੌਲੀ ਹੌਲੀ ਆਪਾਂ ਐਂ ਪੰਜਾ ਬਣਾ ਲਈਏ ਜੇ ਤਾਂ ਘਸੁੰਨ ਮਾਰ ਕੇ ਤੇ ਜੜ੍ਹਾਂ ਨਿਕਲ ਜਾਂਦੀਆਂ। ਜੀ ਇਸੇ ਤਰ੍ਹਾਂ ਅਸੀਂ ਤਾਂ ਇਸ ਗੱਲ ਤੇ ਖੜੇ ਆਂ ਵੀ ਤਾਕਤਾਂ ਵੱਧ ਇਕੱਠੀਆਂ ਕਰੀਏ, ਪਰ ਉਹ ਮੁਲਾਜ਼ਮ ਹੈ ਜਿਹੜੇ ਉਹ ਪਤਾ ਨਹੀਂ ਕੀ ਗੱਲ ਆ, ਉਹਨਾਂ ਦੇ ਪਿੱਛੇ ਕੀ ਹੈ ਬੈਕਗ੍ਰਾਉਂਡ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੀ ਹੁਣ ਜਿਹੜੀ NHI ਨੂੰ ਵੀ ਪਤਾ, ਇਹਨਾਂ ਦਾ ਜਿਹੜਾ ਮੈਨੇਜਰ ਆ ਉਹਨਾਂ ਨੂੰ ਵੀ ਪਤਾ ਵੀ ਸਾਡੇ ਮੁਲਾਜ਼ਮ ਲੜੀ ਜਾਂਦੇ ਆ, ਸਾਨੂੰ ਕੀ ਲੋੜ ਉੱਥੇ ਜਾਣ ਦੀ। NHI ਨੇ ਹਜੇ ਤੱਕ ਜ਼ਰੂਰਤ ਹੀ ਨਹੀਂ ਸਮਝੀ ਕਿ ਅਸੀਂ ਜਾਗੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਏ, ਔਰ ਮੁਸ਼ਕਲਾਂ ਅਸੀਂ ਦੱਸੀਆਂ ਵੀ ਬਹੁਤ ਵਾਰੀ ਆਪਣੇ ਤੁਹਾਡੀ ਮੀਡੀਆ ਰਾਹੀਂ ਵੀ ਇੱਥੇ ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ, ਇੱਥੇ ਕੋਈ ਪਾਣੀ ਦੀ ਸੁਵਿਧਾ ਨਹੀਂ, ਥਾਂ ਥਾਂ ਤੇ ਟੋਏ ਪਏ ਹੋਏ ਨੇ। ਇਸ ਤਰ੍ਹਾਂ ਜਿਹੜੇ ਸਾਡੇ ਪਿੰਡ ਆ 10-10 ਕਿਲੋਮੀਟਰ ਤੋਂ ਮੁੜ ਕੇ ਅੱਗਿਓਂ ਆਉਂਦੇ ਆ, ਉੱਥੇ ਕੱਟ ਨਹੀਂ ਦਿੱਤੇ ਹੋਏ। ਕੋਈ ਇੱਥੇ ਫੁੱਲਾਂ ਦੀ ਅਵਸਥਾ ਨਹੀਂ ਵੀ ਐਂ ਵਧੀਆ ਲੱਗੇ ਟੋਲ ਪਲਾਜ਼ਾ ਵੀ ਹਾਂ ਯਾਰ ਟੋਲ ਪਲਾਜ਼ਾ ਹੈਗਾ, ਫੁੱਲਾਂ ਨੂੰ ਪਾਣੀ ਪੈਂਦਾ ਹੋਵੇ, ਕੋਈ ਦਰਖਤ ਲਾਏ ਹੋਣ ਸ਼ਾਨਦਾਰ ਵੀ ਉੱਥੇ ਬੰਦੇ ਬੈਠ ਵੀ ਸਕਣ। ਕੋਈ ਇਹਨਾਂ ਕੋਲੇ ਇੱਥੋਂ ਤੱਕ ਵੀ ਹੈ ਨਹੀਂ ਵੀ ਆਪਾਂ ਮਰੀਜ਼ ਨੂੰ ਕੋਈ ਮੁੱਢਲੀ ਸਹਾਇਤਾ ਦੇ ਦਈਏ, ਕੋਈ ਕਿੱਟ ਹੀ ਹੋਵੇ ਇਹਨਾਂ ਕੋਲੇ। ਇਸ ਦੇ ਲਈ ਤੁਸੀਂ ਇਹਨਾਂ ਮੈਨੇਜਰ ਨਾਲ ਗੱਲ ਨਹੀਂ ਕੀਤੀ ਜੀ, ਕਿਤੇ ਐਂਬੂਲੈਂਸ ਦਾ ਪ੍ਰਬੰਧ ਹੀ ਨਹੀਂ ਕੀਤੀ ਆ, ਪਰ ਉਹ ਤਾਂ ਕਹਿੰਦਾ ਕੋਨਾ ਮਾਨੂੰ ਕੌਣ ਮੰਨੂ, ਕੋਨਾ ਮਾਨੂੰ ਕਿਉਂ ਨਹੀਂ ਮੰਨਦੇ ਉਹ ਮੰਨਦੇ ਇਸ ਕਰਕੇ ਨਹੀਂ ਵੀ ਉਹਨਾਂ ਨੂੰ ਪਤਾ ਵੀ ਸਾਡੇ ਜਿਹੜੇ ਮੂਹਰਲੇ ਮੁਲਾਜ਼ਮ ਆ ਉਹ ਲੜੀ ਜਾਂਦੇ, ਅਸੀਂ ਤਮਾਸ਼ਾ ਵੇਖੀ ਜਾਂਦੇ ਆ, ਤੇ ਕੋਈ ਨਹੀਂ ਜਦੋਂ ਇਹਨਾਂ ਨੇ ਵੇਖਣਗੇ ਤੇ ਉਸ ਤੋਂ ਬਾਅਦ ਕਿਤੇ ਉਹ ਸੋਚਣਗੇ ਜੀ। ਤਾਂ ਇਹ ਪਹਿਲਾ ਮਾਮਲਾ ਜਿੱਥੇ ਜਥੇਬੰਦੀਆਂ ਵੀ ਆਮੋ ਸਾਹਮਣੇ ਤੇ ਨਾਲ ਉੱਥੇ ਮੁਲਾਜ਼ਮ ਆਮੋ ਸਾਹਮਣੇ, ਪਹਿਲਾ ਮਾਮਲਾ ਲੱਗਦਾ ਏ। ਇਹ ਦੇਖੋ ਜਿਹੜਾ ਮਾਮਲਾ ਨਾ ਇਹ ਬਣਾਇਆ ਗਿਆ ਹੈ, ਬੱਚੇ ਸਾਡੇ ਹੀ ਹੈ, ਜਿਹੜੇ ਬੱਚੇ ਬੈਠੇ ਆ, ਗੁੱਡੀਆਂ ਬੈਠੀਆਂ ਸਾਡੇ ਬੱਚੇ ਨੇਗੇ, ਸਾਡੇ ਪਿੰਡਾਂ ਦੇ ਬੱਚੇ ਨੇਗੇ। ਇਹ ਮਾਮਲਾ ਇਹ ਟੋਲ ਵਾਲਿਆਂ ਦਾ ਬਣਾਇਆ ਹੋਇਆ ਹੈ। ਅਸੀਂ ਹੁਣੇ ਇੱਥੇ ਮੁੰਡਾ ਬੋਲ ਕੇ ਹਟਿਆ ਸੀਗਾ, ਉਹ ਕਹਿੰਦਾ ਵੀ ਅਸੀਂ ਹੁਣੇ ਪਰਚੀਆਂ ਕੱਟਣ ਲੱਗਦੇ ਹਾਂ, ਟੋਲ ਚਲਾਉਣੇ ਆ, ਤੇ ਕੋਈ ਹਟਾ ਕੇ ਦਿਖਾਵੇ, ਕਿਸੇ ਨੇ ਸਾਡੇ ਗੋਲੀ ਮਾਰਨੀ ਹੈ, ਗੰਡਾਸਾ ਲਿਆਉਣਾ, ਕੁਛ ਵੀ ਲਿਆਓ। ਅਸੀਂ ਗੰਡਾਸੇ ਲੈ ਕੇ ਨਹੀਂ ਬੈਠੇ, ਅਸੀਂ ਗੋਲੀਆਂ ਲੈ ਕੇ ਨਹੀਂ ਬੈਠੇ। ਅਸੀਂ ਗੱਲ ਇਹ ਕਹਿੰਦੇ ਹਾਂ ਵੀ ਤੁਹਾਡੇ ਨਾਲ ਲੜਦੇ ਅਸੀਂ ਠੀਕ ਨਹੀਂ ਲੱਗਦੇ, ਜੇ ਤੁਸੀਂ ਇਹ ਕੰਮ ਕਰਨਾ ਹੀ ਹੈ ਅਸੀਂ ਪਿੱਛੇ ਹਟ ਕੇ ਬੈਠ ਜਾਵਾਂਗੇ। ਬਿਲਕੁਲ ਸੜਕ ਨਹੀਂ ਚੱਲਣ ਦੇਣੀ, ਟੋਲ ਅਸੀਂ ਚੱਲਣ ਦੇਣੇ, ਸਾਡਾ ਰੌਲਾ ਟੋਲ ਨਾਲ ਹੈ, ਨਾ ਚੱਲਣ ਦੇਣਾ ਅੱਜ, ਨਾ ਚੱਲਣ ਦੇਣਾ ਕੱਲ੍ਹ, ਜਿਹਨੇ ਸਾਡਾ ਫੈਸਲਾ ਨਹੀਂ ਹੁੰਦਾ। ਅਣਮਿੱਥੇ ਸਮੇਂ ਲਈ ਬੈਠੇ ਹਾਂ, ਸ਼ਾਂਤਮਈ ਬੈਠੇ ਹਾਂ, ਸੜਕ ਛੱਡ ਕੇ ਬੈਠੇ ਹਾਂ ਜੀ। ਇਹ ਸੜਕੋਂ ਰੋਕੀ ਗਈ ਹੈ, ਪੂਰਾ ਇਹ ਰਸਤਾ ਤੁਸੀਂ ਬਲੌਕ ਕੀਤਾ ਜਾਂ ਉਹਨਾਂ ਅਧਿਕਾਰੀ ਵੱਲੋਂ? ਉਹਨਾਂ ਨੇ ਕੀਤਾ, ਮੁਲਾਜ਼ਮਾਂ ਨੇ ਕੀਤਾ। ਅਸੀਂ ਤਾਂ ਸਾਡੇ ਸਾਹਮਣੇ ਸਾਈਡ ਤੇ ਬੈਠੇ ਸਾਰੇ, ਸਾਡਾ ਕੋਈ ਰੋਲ ਨਹੀਂ ਇਹਦੇ 'ਚ। ਅਸੀਂ ਮੰਗ ਵੀ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਜਿਹੜੀ ਇਹ ਆਵਾਜਾਈ ਆ ਹੈਗੀ ਆ, ਇਹਨੂੰ ਬਹਾਲ ਕਰਾਇਆ ਜਾਵੇ, ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਜਿਹੜੀ ਪਰਚੀ ਆ ਉਹ ਬੰਦ ਪਈ ਆ, ਪਹਿਲਾਂ ਵੀ ਬੰਦ ਸੀਗੀ 16 ਦਿਨਾਂ ਤੋਂ, 2 ਦਿਨ ਹੀ ਹੋਇਆ ਇਹਨਾਂ ਨੂੰ ਇੱਥੇ ਧਰਨਾ ਲਾਏ ਨੂੰ, ਜਿਹੜਾ ਕਿ ਇਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਨਹੀਂ 16 ਦਿਨ ਵਧੀਆ ਅਮਨ ਸ਼ਾਂਤੀ ਦੇ ਨਾਲ ਇੱਥੇ ਚੱਲਦਾ ਰਿਹਾ ਹੈ, ਆਵਾਜਾਈ ਚੱਲਦੀ ਰਹੀ ਹੈ। ਸਗੋਂ ਸਾਨੂੰ ਹੋਟਲਾਂ ਵਾਲੇ, ਪੰਪਾਂ ਵਾਲੇ ਵੀ ਇਹ ਗੱਲ ਕਹਿੰਦੇ ਸੀ ਵੀ ਯਾਰ ਆਹ ਜਿਹੜੀ ਆਵਾਜਾਈ ਤੁਸੀਂ ਚਲਾਤੀ ਆ, ਜਿਹੜੇ ਪਿੰਡਾਂ ਵਿੱਚ ਦੀ ਜਾਂਦੇ ਹੁੰਦੇ ਸੀ ਲੋਕ, ਉਹ ਸਾਡੇ ਕੋਲੇ ਆਉਂਦੇ ਹੀ ਨਹੀਂ ਹੁੰਦੇ ਸੀਗੇ, ਤੇ ਹੁਣ ਵੀ ਸਾਡੀ ਆਮਦਨ 'ਚ ਵਾਧਾ ਹੋਇਆ ਹੈ, ਕਿਉਂਕਿ ਹੁਣ ਲੋਕ ਹੈ ਜਿਹੜੇ ਛੋਟੀਆਂ ਗੱਡੀਆਂ ਵਾਲੇ ਆ, ਦੂਜੇ ਆ, ਉਹ ਵੀ ਇੱਥੋਂ ਦੀ ਆਉਣ ਲੱਗ ਗਏ। ਤੇ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਤੁਸੀਂ ਸਾਡੇ ਧੀ ਪੁੱਤ ਨੂੰ ਧਰਨਾ ਕਿਉਂ ਲਗਾਇਆ? ਬੜੀ ਵਾਰੀ ਕਿਹਾ, ਹੁਣ ਵੀ ਅੱਧਾ ਘੰਟਾ ਪਹਿਲਾਂ ਇੱਥੇ ਸਾਡੇ ਕੋਲੇ ਕੋਈ ਨੰਬਰਦਾਰ ਆਇਆ ਸੀ, ਇਹਨਾਂ ਦੇ ਪ੍ਰਧਾਨ ਦਾ ਭਰਾ ਆਇਆ ਸੀ, ਉਹਨੂੰ ਵੀ ਕਿਹਾ ਸੀ ਵੀ ਤੁਸੀਂ ਉਹਨਾਂ ਨੂੰ ਸਮਝਾਓ, ਸਮਝਾ ਕੇ ਸਾਡੇ ਵਿੱਚ ਲਿਆਓ, ਤੁਹਾਡੀਆਂ ਜਿਹੜੀਆਂ ਤਨਖਾਹਾਂ ਉਹ ਅਵੱਸ਼ ਮਿਲਣਗੀਆਂ। ਕਹਿੰਦਾ ਇਸ ਤੋਂ ਪਹਿਲਾਂ ਕੋਈ ਹੋਰ ਟੋਲ ਪਲਾਜ਼ਿਆਂ ਦੇ ਉੱਪਰ 20 ਕਿਲੋਮੀਟਰ ਫ੍ਰੀ ਕੀਤਾ, ਤੁਸੀਂ ਇਹਨਾਂ ਉਦਾਹਰਨ ਦੇ ਕੇ ਵੀ ਕਿਉਂ ਫ੍ਰੀ ਕਰਾ ਰਹੇ? ਫਿਰ ਇਹਨਾਂ ਦਾ ਕੀ ਕਹਿਣ ਪੱਖ ਅੱਗੋਂ? ਇਹਨਾਂ ਦਾ ਪੱਖ ਇਹ ਹੈ ਜੀ, ਇਹ ਲੈ ਜਾਂਦੇ ਆ ਗੱਲ ਵੀ ਇਹ ਤਾਂ ਜੀ 3 ਭਾਗਾਂ 'ਚ ਵੰਡੇ ਹੋਏ ਨੇ ਜੀ। ਕੋਈ ਪੰਜਾਬ ਦੇ ਹੈ, ਕੋਈ ਹਿੰਦੁਸਤਾਨ ਲੈਵਲ ਦੇ ਹੈ, ਕਿਸੇ ਦੀ ਹੈਗੀ ਆ ਕੰਪਨੀ ਦੀ ਡਿਮਾਂਡ ਇਹ ਵੀ ਆਪਾਂ ਫ੍ਰੀ ਕਰਨੇ ਆ, ਕਿਸੇ ਕੰਪਨੀ ਦੀ ਡਿਮਾਂਡ ਆ ਵੀ ਨਹੀਂ ਫ੍ਰੀ ਕਰਨੇ। ਇਹ ਤਾਂ ਇੱਕ ਅਸੀਂ ਭਗਵੰਤ ਮਾਨ ਨਾਲ ਵੀ ਮੀਟਿੰਗ ਕੀਤੀ ਸੀ ਜੀ ਪਿਛਲੇ ਦਿਨੀ, ਉੱਥੇ ਵੀ ਸਾਡੀ ਉਹਦੇ ਨਾਲ ਗੱਲ ਹੋਈ ਸੀ ਇਹਦੇ ਤੇ ਬਕਾਇਦਾ। ਉਹ ਕਹਿੰਦਾ ਵੀ ਟੋਲ ਪਲਾਜ਼ੇ ਤਾਂ ਬਾਹਰਲੇ ਮੁਲਕਾਂ 'ਚ ਵੀ ਲੱਗੇ ਆ, ਪਰ ਉੱਥੇ ਕੀ ਹੁੰਦਾ ਕਿ ਜਿਹੜਾ ਰੋਡ ਹੈ ਇੱਕ ਵੱਖਰਾ ਬਣਾਇਆ ਜਾਂਦਾ ਹੈ, ਜਿਹਨੇ ਤੇਜ਼ੀ ਨਾਲ ਜਾਣਾ ਹੈ, ਤੇਜ਼ੀ ਨਾਲ ਜਾਣਾ ਉਹ ਟੋਲ ਦੀ ਪਰਚੀ ਕਟਾਉਂਦਾ ਹੈ। ਬਾਕੀ ਸੜਕਾਂ ਜਿਹੜੀਆਂ ਪਾਸੇ ਬਣੀਆਂ ਉਹਨਾਂ ਤੇ ਕੋਈ ਪਰਚੀ ਨਹੀਂ ਕੱਟੀ ਜਾਂਦੀ, ਲੋਕ ਆਰਾਮ ਦੇ ਨਾਲ ਤੁਰੇ ਜਾਂਦੇ ਆ ਤੇ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ। ਤੇ ਆਪਣੇ ਵੀ ਪੰਜਾਬ ਦੇ ਵਿੱਚ ਇਹੀ ਆ ਵੀ 20 ਕਿਲੋਮੀਟਰ ਤੱਕ ਜਿਹੜੇ ਟੋਲ ਆ ਉਹ ਫ੍ਰੀ ਹੈ। ਸਾਨੂੰ ਨਹੀਂ ਪਤਾ ਵੀ ਭਗਵੰਤ ਮਾਨ ਆਪਦੇ ਕੋਲੋਂ ਕਹਿੰਦਾ
ਕਿ ਸੱਚਾ ਕਹਿੰਦਾ ਹੈ ਕਿ ਕੀ ਕਹਿੰਦਾ ਹੈ। ਅਜੇ ਟੋਲ ਦੇ ਕੰਮ ਤੇ ਉਹਨਾਂ ਦਾ ਕਹਿਣਾ ਕਿ ਇੱਥੇ ਕਿਸਾਨ ਰਾਤ ਨੂੰ ਦਾਰੂ ਪੀ ਕੇ ਸਾਨੂੰ ਤੰਗ ਪਰੇਸ਼ਾਨ ਕਰਦੇ ਆ। ਜਮਾ ਝੂਠ ਹੈ ਜੀ ਇਹ। ਹੁਣ ਆ ਸੰਗਤ ਦੇ ਸਾਹਮਣੇ ਮੈਂ ਕਹਿਣਾ, ਮੈਂ ਖੁਦ ਆਪ ਬਿਮਾਰ ਹਾਂ ਜੀ, ਮਜਬੂਰੀ ਬਸ ਆ ਰਿਹਾ, ਮੈਨੂੰ ਚੱਕਰ ਆਉਂਦੇ ਆ, ਡਿੱਗ ਵੀ ਪੈਣਾ। ਕੋਈ ਦਾਰੂ ਪੀ ਕੇ ਨਹੀਂ ਆਉਂਦਾ, ਕੋਈ ਇਹਨਾਂ ਨੂੰ ਮੰਦਾ ਚੰਗਾ ਨਹੀਂ ਬੋਲਦਾ। ਇਹ ਸਿਰਫ ਇੱਕ ਇਹਨਾਂ ਦੀ ਟਕਰਾਅ ਦੇ ਵਿੱਚ ਆਉਣ ਵਾਲੀ ਸਥਿਤੀ ਹੈ ਵੀ ਇਹਨਾਂ ਤੇ ਕੋਈ ਇਹੋ ਜਿਹੇ ਦੂਸ਼ਣ ਲਾਈਏ ਗਲਤ, ਤਾਂ ਕਿ ਇਹਨਾਂ ਨੂੰ ਆਪਾਂ ਬਦਨਾਮ ਕਰੀਏ ਤੇ ਆਪਾਂ ਜਿਹੜਾ ਇਹਨਾਂ ਨਾਲ ਲੜਾਈ ਵਿੱਢ ਕੇ ਕਿੱਸਾ ਹੋਣਾ। ਉਹਨਾਂ ਦਾ ਕਹਿਣਾ ਕਿ ਇੱਥੇ ਕਈ ਪਿੰਡਾਂ ਇੱਕ ਦੋ ਕਿਸਾਨ ਆ, ਉਹਨਾਂ ਖਾਤਰ ਹੀ ਕਹਿ ਰਹੇ ਕਿ ਉਹਨਾਂ ਪਿੰਡ ਵੀ ਫ੍ਰੀ, ਕਿਉਂਕਿ ਉਹਨਾਂ ਪਿੰਡ ਦੇ ਲੋਕ ਨੇ ਚਾਹੁੰਦੇ ਸਾਡਾ ਪਿੰਡ ਫ੍ਰੀ ਨਾ ਹੋਵੇ। ਨਾ, ਇਹ ਕਦੇ ਹੋ ਸਕਦਾ ਇਤਿਹਾਸ ਦੇ ਵਿੱਚ ਵੀ ਪਿੰਡ ਨੂੰ ਕਿਸੇ ਨੂੰ ਕੋਈ ਸਹੂਲਤ ਮਿਲਦੀ ਹੋਵੇ ਤੇ ਉਹ ਕਹੂਗਾ ਨਾ ਮਿਲੇ ਸਾਨੂੰ। ਕਹਿੰਦੇ ਕਿਸੇ ਪਿੰਡ ਦੇ ਇੱਕ ਬੰਦਾ ਕਿ ਦੋ ਬੰਦੇ ਆ ਤੇ ਉਹਨੇ ਪਿੰਡ ਹੀ ਫ੍ਰੀ ਕਰਾ ਰਹੇ ਆ ਇਹ ਧਰਨੇ ਸ਼ਾਮ ਸਿਰ ਉਹਨਾਂ ਇੱਕ ਦੋ ਬੰਦੇ ਹੀ ਆ। ਦੇਖੋ ਜੀ, ਗੱਲ ਇਹ ਆ ਵੀ ਸਾਡੇ ਨਾਲ ਭਾਵੇਂ ਇੱਕ ਬੰਦਾ ਵੀ ਨਾ ਹੋਵੇ ਜੀ, ਸਾਡੇ ਲਈ ਸਾਰੇ ਪਿੰਡ ਸਤਿਕਾਰਯੋਗ ਨੇ। ਇਹ 20 ਪਿੰਡਾਂ ਦੀ ਗੱਲ ਨਹੀਂ, ਸਾਰਾ ਪੰਜਾਬ, ਸਾਰਾ ਹਿੰਦੁਸਤਾਨ ਸਾਡਾ ਆਪਦਾ ਹੈ। ਇਸ ਕਰਕੇ ਕਿਸੇ ਦੀ ਕੋਈ ਨਿੱਜੀ ਲੜਾਈ ਨਹੀਂ ਲੜ ਰਹੇ ਵੀ ਅਸੀਂ ਨਿੱਜੀ ਸਮਝ ਕੇ ਵੀ ਸਾਡਾ ਇਹਦੇ 'ਚ ਫਾਇਦਾ ਹੋ ਜਾਊਗਾ, ਕੋਈ ਬੈਨੀਫਿਟ ਹੋ ਜਾਊਗਾ। ਕੋਈ ਪਿੰਡ ਦੇ ਬੰਦੇ ਸਾਡੀ ਜਥੇਬੰਦੀ ਨਾਲ ਹੋਣ ਜਾਂ ਨਾ ਹੋਣ, ਜੋ ਦਾਇਰੇ ਦੇ ਵਿੱਚ ਆਉਂਦੇ ਆ ਤਾਂ ਅਸੀਂ ਤਾਂ ਉਹਨਾਂ ਦੀ ਮੰਗ ਰੱਖਾਂਗੇ ਵੀ ਕਰੋ। ਪਰ ਉਹ ਕਹੇ ਪਿੰਡ ਆਉਂਦੇ 20 ਕਿਲੋਮੀਟਰ ਵਿੱਚ ਆਪਣਾ ਪਾਸ ਬਣਾਉਣ, ਸ਼ਾਇਦ 310 ਰੁਪਏ ਦਾ ਪਾਸ ਉਹ ਬਣਾਉਣ, ਸਾਨੂੰ ਕੋਈ ਦਿੱਕਤ ਨਹੀਂ। ਦੇਖੋ ਜੀ, ਪਹਿਲੀ ਗੱਲ ਤਾਂ ਸਾਡੇ ਕਿਸਾਨਾਂ ਕੋਲੇ ਗੱਡੀਆਂ ਹੀ ਬਹੁਤ ਘੱਟ ਹੈ ਜੀ। ਦੂਜੀ ਗੱਲ ਇਹ ਆ ਵੀ ਮਹੀਨੇ ਦੇ ਵਿੱਚ ਅਸੀਂ ਇੱਕ ਵਾਰੀ ਟੱਪਣਾ ਹੁੰਦਾ, ਪਤਾ ਨਹੀਂ ਉਹ 300 ਰੁਪਏ ਦਾ ਜਾਂ 315 ਰੁਪਈਆਂ ਦਾ ਪਾਸ ਬਣਾ ਕੇ ਸਾਨੂੰ ਕੀ ਫਾਇਦਾ, ਜਦੋਂ ਸਰਕਾਰ ਉੱਤੋਂ ਸਹੂਲਤ ਹੀ ਹੈ। ਇਹ ਕਿਉਂ ਬਣਾਈਏ ਅਸੀਂ ਜੀ। ਔਰ ਜਿਹੜੀ ਇਹ ਫਾਸਟ ਟਰੈਕ ਦੀ ਵੀ ਜ਼ਬਰ ਵਸੂਲੀ ਲੈਂਦੇ ਆ, 115 ਰੁਪਏ ਇਹਨਾਂ ਦਾ। ਇਹ ਕਹਿੰਦੇ ਜੀ ਇਹ ਤਾਂ ਕੰਪਿਊਟਰ ਆ ਸਾਡਾ, 230 ਤੋਂ ਘੱਟ ਪਰਚੀ ਨਹੀਂ ਕੱਢਦਾ। ਕਹਿੰਦੇ ਫਾਸਟ ਟੈਗ ਹੈ, ਡਬਲ ਪਰਚੀ ਲੱਗਦੀ ਆ। ਹਾਂ, ਤੇ 230 ਤੋਂ ਘੱਟ ਪਰਚੀ ਨਹੀਂ ਕੱਢਦਾ। ਆਪਾਂ ਮੀਡੀਅਮ ਰਾਹੀਂ ਸਾਰੇ ਅੱਜ ਕੱਲ ਵਿਗਿਆਨੀ ਆ, ਕੋਈ ਇਹੋ ਜਿਹਾ ਸਿਸਟਮ ਹੋਊਗਾ ਵੀ ਜਿਹੜੇ ਨੂੰ ਜਿੱਥੇ ਬੰਨ ਦਈਏ ਉਹ ਨਾ ਕੱਢੇ। ਹੁਣ ਯੂਨਿਟਾਂ ਮੋਟਰਾਂ ਆਪਣੇ ਘਰਾਂ ਦੇ ਬਿੱਲਾਂ ਦੀਆਂ, ਉਹ ਕਿਸੇ ਦੀ 100 ਹੁੰਦੀ ਹੈ, ਕਿਸੇ ਦੀ 150 ਹੁੰਦੀ ਹੈ, ਕਿਸੇ ਦੀ 600 ਹੁੰਦੀ ਹੈ, ਕਿਸੇ ਦੀ 1000 ਹੁੰਦੀ ਹੈ। ਤਾਂ ਫਿਰ ਉਹ ਤਾਂ ਕਹਿ ਦੇਣ ਜੀ ਸਾਡਾ ਤਾਂ 1000 ਤੇ ਹੀ ਖੜਾ ਹੈ। ਉਹ ਵੀ ਤਾਂ ਵੱਖ-ਵੱਖ ਤਰ੍ਹਾਂ ਦੇ ਕੱਢਦੇ ਹੀ ਆ। ਇਹ ਸਾਰੇ ਇਹਨਾਂ ਦੇ ਬਹਾਨੇ ਆ। ਤਾਂ ਕਦੋਂ ਤੱਕ ਚੱਲੇਗਾ ਧਰਨਾ ਜੀ ਫਿਰ ਇਹ ਤਾਂ ਅਣਮਿੱਥੇ ਸਮੇਂ ਲਈ ਹੈ ਜੀ, ਜਿੰਨੇ ਤੱਕ ਹੱਲ ਨਹੀਂ ਹੁੰਦਾ ਉਹਨਾਂ ਤੱਕ ਚੱਲੂਗਾ। ਲੱਗਦਾ ਹੈ ਪ੍ਰਸ਼ਾਸਨ ਤੁਹਾਨੂੰ ਸਹਿਯੋਗ ਮਿਲ ਰਿਹਾ ਪ੍ਰਸ਼ਾਸਨ ਦਾ? ਪ੍ਰਸ਼ਾਸਨ ਵਧੀਆ ਸਹਿਯੋਗ ਦੇ ਰਿਹਾ ਸਾਨੂੰ, ਕਿਉਂਕਿ ਅਸੀਂ ਤਾਂ ਸ਼ਾਂਤਮਈ ਧਰਨੇ ਤੇ ਬੈਠੇ ਹਾਂ। ਸਾਡਾ ਕਿਸੇ ਨਾਲ ਕੋਈ ਡਿਸਕਿਊਟ ਨਹੀਂਗਾ। ਜੇ ਉਹ ਮੁੰਡੇ ਬੈਠੇ ਵੀ ਹੈ ਟੋਲ ਪਲਾਜ਼ੇ ਵਾਲੇ, ਉਹਨਾਂ ਦੀ ਮੰਗ ਇਹ ਹੈ ਵੀ ਇਹ ਸਾਡੀ ਤਨਖਾਹ ਰੋਕਣਗੇ। ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਸੀਂ ਲੋਕਾਂ ਨੂੰ ਨਾ ਪਰੇਸ਼ਾਨ ਕਰੋ, ਤੁਸੀਂ ਸਾਡੇ ਨਾਲ ਬੈਠੋ ਆ ਕੇ, ਜਦੋਂ ਸਾਡਾ ਮਸਲਾ ਹੱਲ ਹੋ ਗਿਆ ਨਾਲ ਅਸੀਂ ਤੁਹਾਡੀ ਇਹ ਮੰਗ ਵੀ ਰੱਖਾਂਗੇ ਵੀ ਜਿੰਨੇ ਦਿਨ ਟੋਲ ਬੰਦ ਰਿਹਾ ਉਨੇ ਦਿਨ ਦੀ ਇਹਨਾਂ ਮੁਲਾਜ਼ਮਾਂ ਨੂੰ ਤਨਖਾਹ ਦਿਓ। ਜੀ, ਹਾਂਜੀ। ਪਰ ਉਹ ਕਹਿ ਰਹੇ ਕਿ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਕਿਸਾਨ। ਨਹੀਂ, ਕੋਈ ਤੰਗ ਪਰੇਸ਼ਾਨ ਨਹੀਂ ਕਰ ਰਿਹਾ। ਤੁਹਾਨੂੰ ਦਿੰਦੇ ਹੀ ਆ ਬੰਦੇ ਕਿਹੜੇ ਤੰਗ ਪਰੇਸ਼ਾਨ ਕਰਨ ਵਾਲਾ, ਸਾਰੇ ਸਿਆਣੇ ਬੰਦੇ ਆ ਇੱਥੇ, ਸਾਰੇ 15-15 20-20 ਸਾਲ ਦੇ ਹੰਡੇ ਵਰਤੇ ਆ ਜਥੇਬੰਦੀਆਂ ਦੇ ਵਿੱਚ। ਮੈਨੂੰ ਐਂ ਲੱਗਦਾ ਵੀ ਉਹ ਸਾਰੇ ਬੰਦੇ ਨਵੇਂ ਆ, ਉਹ ਹਜੇ ਤੱਕ ਨਹੀਂ ਆਏ ਕਿਸੇ ਜਥੇਬੰਦੀ ਦੇ ਵਿੱਚ। ਉਹਨਾਂ ਨੂੰ ਕਹਿ ਲਓ ਵੀ ਟੋਲ ਪਲਾਜ਼ੇ ਵਾਲਿਆਂ ਦੀ ਕਹਿ ਲਓ ਕੰਪਨੀ ਦੀ ਉਂਗਲ ਹੈ, ਉਹੀ ਉਹਨਾਂ ਨੂੰ ਲੜਾ ਰਹੇ ਆ। ਸਾਡਾ ਉਹਨਾਂ ਨਾਲ ਕੋਈ ਮਸਲਾ ਨਹੀਂ। ਉਹਦੇ ਅਸੀਂ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਆਪਣਾ ਪਾਸ ਬਣਾਓ 300 ਰੁਪਏ ਵਾਲਾ ਤੇ ਫ੍ਰੀ ਟੱਪਿਓ ਮਹੀਨੇ ਲਈ, ਕੋਈ ਚੱਕਰ ਨਹੀਂ। ਜਦੋਂ ਸਾਨੂੰ ਸਰਕਾਰ ਫ੍ਰੀ ਦੇ ਰਹੀ ਹੈ 20 ਕਿਲੋਮੀਟਰ ਤੱਕ ਪਿੰਡਾਂ ਦਾ, ਅਸੀਂ ਕਿਉਂ ਪਾਸ ਬਣਾਈਏ? ਜੀ। ਹਾਂ, ਤਾਂ ਹੁਣ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਇਸ ਤੋਂ ਬਾਅਦ ਗੱਲ ਕਰਦੇ ਉਹਨਾਂ ਧਰਨਾਕਾਰੀਆਂ ਦੇ ਨਾਲ ਜੋ ਉੱਥੇ ਮੁਲਾਜ਼ਮ ਬੈਠੇ ਨੇ ਟੋਲ ਪਲਾਜ਼ੇ ਦੇ, ਕਿ ਉਹਨਾਂ ਦਾ ਕੀ ਪੱਖ ਹੈ, ਆਖਰਕਾਰ ਉਹ ਇੱਥੇ ਕਿਉਂ ਬੈਠੇ ਨੇ। ਕਿਸਾਨ ਇੱਥੇ ਸ਼ਾਂਤ ਬੈਠੇ ਨੇ, ਪੂਰਾ ਜੋ ਰੋਡ ਹੈ ਇਹਨਾਂ ਦੇ ਅਨੁਸਾਰ ਕਿਸਾਨਾਂ ਉਹਨਾਂ ਨੇ ਬਲੌਕ ਕੀਤਾ। ਉਹ ਕਰਦੇ ਉਹਨਾਂ ਨਾਲ ਗੱਲਬਾਤ ਗੱਲ ਕਰਦੇ ਆ ਟੋਲ ਕਰਮਚਾਰੀਆਂ ਦੇ ਨਾਲ ਜਿਨ੍ਹਾਂ ਨੇ ਟੋਲ ਦੇ ਉੱਪਰ ਧਰਨਾ ਲਗਾਇਆ ਹੋਇਆ ਹੈ। ਬਾਈ ਜੀ, ਪਹਿਲਾਂ ਤੁਹਾਡਾ ਆਰਐਮ ਟੈਲੀਵਿਜ਼ਨ ਤੇ ਸਵਾਗਤ ਹੈ ਜੀ। ਧੰਨਵਾਦ ਜੀ ਬਹੁਤ। ਵੇਖਿਆ ਗਿਆ ਪਹਿਲਾਂ ਕਿਸਾਨ ਤਾਂ ਟੋਲ ਪਲਾਜ਼ਿਆਂ 'ਤੇ ਧਰਨੇ ਲਾਉਂਦੇ ਨੇ, ਪਰ ਇਹ ਪਹਿਲਾ ਮਾਮਲਾ ਜਦੋਂ ਕਿ ਕਿਸੇ ਮੁਲਾਜ਼ਮਾਂ ਦੇ ਵੱਲੋਂ ਟੋਲ ਦਿਆਂ ਵੱਲੋਂ ਧਰਨਾ ਲਗਾਇਆ ਗਿਆ ਹੈ। ਬਿਲਕੁਲ ਜੀ, ਜਦੋਂ ਆਪਣੇ ਹੱਕ ਲੈਣੇ ਹੋਣ ਤਾਂ ਮਜ਼ਦੂਰਾਂ ਨੂੰ ਧਰਨਾ ਵੀ ਲਾਣਾ ਪੈਣਾ, ਕਿਉਂਕਿ ਜਦੋਂ ਕਿਸੇ ਦੇ ਹੱਕਾਂ ਲਈ ਅਸੀਂ ਲੜਦੇ ਹਾਂ, ਜਦੋਂ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਦੇ ਹੇਠ ਅਸੀਂ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦਿੱਲੀ ਦੇ ਵਿੱਚ ਖੜੇ ਸੀ ਤੇ ਹਰ ਪੱਖੋਂ ਹਮਾਇਤ ਕਰਕੇ ਜਿਹੜੀਆਂ 722 ਸ਼ਹੀਦੀਆਂ ਪਈਆਂ ਨੇ, ਵੱਡਾ ਯੋਗਦਾਨ ਕਿਰਤੀ ਲੋਕਾਂ ਦਾ ਸੀ। ਉਹਦੇ ਵਿੱਚ ਜ਼ਿਆਦਾਤਰ ਲੋਕ ਉਹ ਲੋਕ ਸੀ ਜਿਹੜੇ ਬੇਜ਼ਮੀਨੇ ਸੀ ਤੇ ਕਿਰਤੀ ਮਜ਼ਦੂਰ ਲੋਕ ਸੀ, ਜਿਹਦੇ ਨਾਅਰੇ ਨਾਲ ਉਸ ਅੰਦੋਲਨ ਨੂੰ, ਜਨ ਅੰਦੋਲਨ ਨੂੰ ਜਿੱਤਿਆ ਗਿਆ ਸੀਗਾ। ਤੇ ਅਸੀਂ ਆਪਦਾ ਹੱਕ ਤਾਂ ਮੰਗਾਂਗੇ। ਇਹ ਪੂਰਾ ਮਾਮਲਾ ਕਿ ਤੁਸੀਂ ਇੱਥੇ ਕਿਉਂ ਬੈਠੇ ਹੋ ਜੀ?
ਪਿਛਲੇ 15 ਦਿਨ ਪਹਿਲਾਂ ਇੱਕ ਜਥੇਬੰਦੀ ਦਾ ਕਿਸਾਨ ਆਗੂ ਇੱਥੇ ਟੋਲ ਪਲਾਜ਼ਾ ਤੇ ਆਇਆ ਸੀ, ਕਹਿੰਦਾ ਮੈਨੂੰ ਜੰਮਛਣਾ ਮੈਨੂੰ ਟੋਲ ਪਲਾਜ਼ਾ ਤੋਂ ਫ੍ਰੀ ਕਰੋ। ਤਾਂ ਉਹਨੂੰ ਕਿਹਾ ਵੀ ਠੀਕ ਹੈ, ਤੂੰ ਆਪਣੀ ਆਇਡੈਂਟੀਫਿਕੇਸ਼ਨ ਵਿਖਾ ਦੇ, ਕੋਈ ਆਧਾਰ ਕਾਰਡ ਦਿਖਾ ਦੇ, ਜੇ ਲੋਕਲ ਹੈ ਤਾਂ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ। ਪਰ ਉਸਨੇ ਇੱਥੇ ਗੁੰਡਾਗਰਦੀ ਕਰਦੇ ਹੋਏ ਕਿਸੇ ਗੱਲ ਤੇ ਆਉਣ ਦੀ ਬਜਾਏ, ਕੋਈ ਆਧਾਰ ਕਾਰਡ ਜਾਂ ਕੋਈ ਕਾਰਡ ਦਿਖਾਉਣ ਦੀ ਬਜਾਏ ਉਹਨੇ ਇੱਥੇ ਹੁੱਲੜਬਾਜ਼ੀ ਕਰਦੇ ਹੋਏ ਟੋਲ ਪਲਾਜ਼ੇ ਨੂੰ ਫ੍ਰੀ ਕਰ ਦਿੱਤਾ। ਤੇ ਸਾਡੇ ਕਰਮਚਾਰੀਆਂ ਨੂੰ ਉਲਟਾ ਇਹ ਗੱਲ ਕਹੀ ਗਈ ਕਿ ਤੁਸੀਂ 200-300 ਰੁਪਏ ਤੇ ਦਿਹਾੜੀ ਕਰਨ ਵਾਲੇ ਲੋਕ ਹੋ, ਤੁਹਾਨੂੰ ਅਸੀਂ ਜਾਣਦੇ ਹਾਂ ਤੁਸੀਂ ਕੀ ਚੀਜ਼ ਹੋ, ਤੁਸੀਂ ਗੁੰਡੇ ਹੋ, ਬਵਾਲੀ ਹੋ, ਤੁਸੀਂ ਬਦਮਾਸ਼ ਹੋ, ਤੁਸੀਂ ਬਹੁਤ ਕੁਝ ਬੋਲਿਆ ਗਿਆ। ਜਦੋਂ ਅਸੀਂ ਦਿੱਲੀ ਦੇ ਬਾਰਡਰਾਂ ਤੇ ਇੱਥੇ ਹਰਿਆਣੇ ਦੇ ਬਾਰਡਰਾਂ ਨੂੰ ਤੋੜ ਕੇ ਦਿੱਲੀ ਵੱਲ ਨੂੰ ਗਏ ਸੀ ਕਿ 13 ਮਹੀਨੇ ਅਸੀਂ ਉਸ ਅੰਦੋਲਨ ਦੇ ਨਾਲ ਅੱਗੇ ਹੋ ਕੇ ਆਪਣੇ ਮੋਢੇ ਨਾਲ ਮੋਢਾ ਲਾ ਕੇ ਖੜੇ ਤੇ ਆਪਦੇ ਉੱਤੇ ਪਰਚੇ ਤੱਕ ਦੇ ਲੋਕ ਮਜ਼ਦੂਰਾਂ ਨੇ ਕਰਾਏ ਕਿ ਉਦੋਂ ਵੀ ਅਸੀਂ ਬਦਮਾਸ਼ ਸੀਗੇ, ਉਦੋਂ ਵੀ ਤਾਂ ਜਥੇਬੰਦੀਆਂ ਨੂੰ ਪਤਾ ਸੀਗਾ ਵੀ ਇਹ ਕਿਰਤੀ ਲੋਕ ਨੇ। ਜਿਆਦਾ ਸਾਨੂੰ ਉਦੋਂ ਉਸ ਨਾਅਰੇ ਦੇ ਨਾਲ ਨਾ ਜੋੜਦੇ, ਸਾਨੂੰ ਉਦੋਂ ਵੀ ਬਦਮਾਸ਼ ਗੁੰਡੇ ਦੱਸਦੇ। ਇਸ ਕਰਕੇ ਇਹ ਉਹ ਲੋਕ ਨੇ ਜਿਹੜੇ ਲੋਕਾਂ ਨੇ ਕਿਸੇ ਨਾਲ ਕੋਈ ਮਤਲਬ ਨਹੀਂ। ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਪਹੁੰਚਾਉਣ ਦੇ ਲਈ ਇਹ ਲੋਕ ਇੱਥੋਂ ਕਾਰਪੋਰੇਟ ਘਰਾਣਿਆਂ ਨਾਲ ਸਾਂਝ ਗਾਠ ਕਰਕੇ ਇੱਥੋਂ ਜਿਹੜੇ ਵਹੀਕਲ ਨੇ, ਵੱਡੇ ਟਰਾਂਸਪੋਰਟਰ ਨੇ, ਉਹਨਾਂ ਨੂੰ ਫ੍ਰੀ ਲੰਘਾ ਕੇ ਜਿਹੜੇ ਕਾਰਪੋਰੇਟ ਲੋਕਾਂ ਦੀ ਗੱਲ ਕਰਦੇ ਨਾ ਕਿ ਅਸੀਂ ਇਹਨਾਂ ਕਾਰਪੋਰੇਟ ਲੋਕਾਂ ਨੂੰ ਅੱਗੇ ਨਹੀਂ ਵਧਣ ਦੇਣਾ, ਇਹਨਾਂ ਦੇ ਪ੍ਰੋਜੈਕਟਾਂ ਨੂੰ ਨਹੀਂ ਚੱਲਣ ਦੇਣਾ, ਉਹੀ ਅੱਜ 200 ਬੱਸ 300 ਟਰਾਲੇ ਤੇ ਟੋਲ ਪਲਾਜ਼ੇ ਦੇ ਉੱਤੇ ਫ੍ਰੀ ਲੰਘ ਰਿਹਾ, ਬਿਨਾਂ ਕਿਸੇ ਪਰਚੀ ਦੇ ਲੰਘ ਰਿਹਾ। ਕਿਸਾਨ ਤੇ ਮਜ਼ਦੂਰ ਭਰਾਵਾਂ ਕੋਲ ਕਿੰਨੀਆਂ ਕੁ ਗੱਡੀਆਂ ਨੇ, ਸਾਡੇ ਕੋਲ ਅਸੀਂ ਇੱਥੇ 300 ਬੰਦਾ ਬੈਠਿਆ, ਮੈਂ ਕਹਿੰਦਾ 10 ਗੱਡੀਆਂ ਨਹੀਂ ਸਾਡੇ ਕੋਲ ਹੈਗੀਆਂ। ਜੇਕਰ 10 ਗੱਡੀਆਂ ਨੇ, ਸਾਡੇ ਕੋਲ ਤੇਲ ਪਵਾਉਣ ਨੂੰ ਪੈਸੇ ਨਹੀਂ ਹੈਗੇ ਕਿ ਅਸੀਂ ਟੋਲ ਪਲਾਜ਼ੇ ਤੇ ਗੇੜੇ ਲਾਈ ਜਾਈਏ। ਇਸ ਕਰਕੇ ਇਸ ਟੋਲ ਪਲਾਜ਼ਾ ਬੰਦ ਹੋਣ ਨਾਲ ਜੇਕਰ ਮੁਨਾਫਾ ਹੁੰਦਾ ਤਾਂ ਕਾਰਪੋਰੇਟ ਲੋਕਾਂ ਨੂੰ ਹੁੰਦਾ। ਸਰਕਾਰ ਦੇ ਜਿਹੜੇ ਐਗਰੀਮੈਂਟ ਨੇ ਇਹਨਾਂ ਟੋਲ ਕੰਪਨੀਆਂ ਦੇ ਨਾਲ, ਉਹ ਕੰਪਨੀਆਂ ਦੇ ਹੱਕ 'ਚ ਨੇ। ਜਿੰਨੇ ਦਿਨ ਟੋਲ ਪਲਾਜ਼ਾ ਚੱਲੂਗਾ ਕੰਪਨੀਆਂ ਨੇ ਉਨੇ ਦਿਨ ਦੀ ਕਿਸ਼ਤ ਭਰਨੀ ਆ। ਜਿੱਦਣ ਟੋਲ ਪਲਾਜ਼ਾ ਬੰਦ ਹੋ ਗਿਆ, ਇਹਨਾਂ ਨੇ ਲਿਖ ਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਦੇਤਾ ਵੀ ਅੱਜ ਟੋਲ ਪਲਾਜ਼ਾ ਹੈਗਾ ਜਿਹੜੇ ਇਹ ਕਾਰਨਾਂ ਕਰਕੇ ਬੰਦ ਆ, ਤੇ ਉਹਨਾਂ ਦਾ ਤਾਂ ਮੁਨਾਫਾ ਹੋ ਜਾਣਾ ਨੇ, ਉਹਨਾਂ ਨੂੰ ਤਾਂ ਮਿਲ ਜਾਣੀ ਆ ਪਰਸੈਂਟੇਜ। ਪਰ ਸਾਡੇ ਕਰਮਚਾਰੀਆਂ ਨੂੰ ਕਿਹਨੇ ਦੇਣਾ? ਸਾਡੇ ਕਰਮਚਾਰੀਆਂ ਨੂੰ ਪਹਿਲਾਂ ਕੋਵਿਡ ਆਇਆ, 4 ਮਹੀਨੇ ਲੋਕਡਾਊਨ ਕਰਫਿਊ ਲੱਗਿਆ ਰਿਹਾ, ਉਦੋਂ ਤਨਖਾਹ ਨਹੀਂ ਮਿਲੀਆਂ। 13 ਮਹੀਨੇ ਕਿਸਾਨ ਐਜੀਟੇਸ਼ਨ ਚੱਲਦਾ ਰਿਹਾ, ਉਦੋਂ ਤਨਖਾਹ ਦੇ ਵਾਧਾ ਹੋਇਆ। ਜਦੋਂ ਅਸੀਂ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚੇ ਨਾਲ ਬੇਨਤੀ ਕਰਦੇ ਸੀ ਕਿ ਸਾਡੀਆਂ ਤਨਖਾਹਾਂ, ਸਾਡੇ ਰੁਜ਼ਗਾਰਾਂ ਦਾ ਕੋਈ ਹੱਲ ਕਰੋ, ਤਾਂ ਕਹਿੰਦੇ ਸੀ ਕਿ ਜਦੋਂ ਟੋਲ ਚੱਲੂਗਾ ਅਸੀਂ ਤੁਹਾਡੇ ਨਾਲ ਖੜਾਂਗੇ। ਪਰ ਕੁਝ ਕੁ ਟੋਲ ਪਲਾਜ਼ਿਆਂ ਦੇ ਉੱਪਰ ਕੁਝ ਜਥੇਬੰਦੀਆਂ ਖੜੀਆਂ, ਬਾਕੀ ਘਰ ਨੂੰ ਵਗ ਗਈਆਂ। ਜਦੋਂ ਕਾਲ ਆਈ ਕਿ ਅੱਜ ਆਪਾਂ 12 ਵਜੇ ਚੱਕਣੇ ਧਰਨੇ ਚੱਕਣੇ ਨੇ, ਤਾਂ 12 ਵਜੇ ਨਹੀਂ, ਪੌਣੇ 12 ਵਜੇ ਚੱਕ ਕੇ ਘਰ ਨੂੰ ਵਗ ਗਏ ਸੀਗੇ। ਕੀ ਬਾਈ ਸਾਡਾ ਕਿਸੇ ਨੂੰ ਕੋਈ ਖਿਆਲ ਨਹੀਂ ਸੀ? ਅਸੀਂ 1.5 ਸਾਲ 13 ਮਹੀਨੇ ਉੱਥੇ ਜਿਹੜੇ ਹੈਗੇ ਆ ਭੁੱਖੇ ਭਾਣੇ, ਬਿਨਾਂ ਤਨਖਾਹਾਂ ਤੋਂ, ਬਿਨਾਂ ਗੁਜ਼ਾਰੇ ਤੋਂ ਆਪਣੇ ਪਰਿਵਾਰਾਂ ਦਾ ਕਿਵੇਂ ਪਾਲਣ ਪੋਸ਼ਣ ਕਰਿਆ। ਸਾਡੀਆਂ ਭੈਣਾਂ, ਸਾਡੇ ਵੀਰ ਐਵੇਂ ਦੇ ਨੇ ਜਿਨ੍ਹਾਂ ਨੇ ਲੋਨ ਲੈ ਕੇ ਆਪਣੇ ਪਰਿਵਾਰਾਂ ਦਾ ਉਸ ਟਾਈਮ 'ਤੇ ਗੁਜ਼ਾਰਾ ਕਰਿਆ, ਆਪਦੇ ਟੂਮਾਂ ਵੇਚ ਕੇ ਆਪਣੀਆਂ ਘਰ ਦੇ ਪਰਿਵਾਰਾਂ ਦੀਆਂ ਉਹਨਾਂ ਨੇ ਪਾਲਣ ਪੋਸ਼ਣ ਕਰਿਆ। ਸਾਡੇ ਮਜ਼ਦੂਰਾਂ ਬਾਰੇ ਕੌਣ ਖਿਆਲ ਰੱਖੂਗਾ? ਅੱਜ ਇੱਥੇ ਬੈਠਣ ਲਈ ਮਜਬੂਰ ਕਿਉਂ ਹੋਏ ਹੋ? ਬਈ ਇੱਥੇ ਬੈਠਣ ਦਾ ਜਿਹੜਾ ਸਾਡਾ ਕਾਰਨ ਆ, ਮਜਬੂਰ ਤਾਂ ਹੋਣਾ ਪਿਆ, ਕਿਸੇ ਦਾ ਜੀ ਨਹੀਂ ਕਰਦਾ ਉਹਦਾ ਰੁਜ਼ਗਾਰ ਛੱਡ ਕੇ ਇੱਥੇ ਬੈਠੇ, ਕਿਉਂਕਿ ਸਾਡੇ ਰੁਜ਼ਗਾਰ ਨੂੰ ਅੱਜ ਖਤਰਾ ਹੈ। ਜਿਹੜੇ ਲੋਕ ਤਾਂ ਸਾਡੇ ਆਪ ਦੇ ਲੋਕ ਸੀ ਜਿਨ੍ਹਾਂ ਨਾਲ ਅਸੀਂ ਦਿੱਲੀ ਕਿਸਾਨੀ ਅੰਦੋਲਨ ਦੇ ਵਿੱਚ ਸਾਥ ਦਿੱਤਾ, ਅੱਜ ਉਹ ਸਾਡੇ ਰੁਜ਼ਗਾਰ ਦੇ ਜਿਹੜਾ ਖੋਹਣ ਦੇ ਉਹ ਪੱਖ 'ਚ ਉੱਧਰ ਬੈਠ ਕੇ ਜਾ ਕੇ। ਤੁਹਾਡਾ ਰੁਜ਼ਗਾਰ ਕਿਵੇਂ ਖੋ ਰਹੇ ਨੇ ਉਹ? ਰੋਡ ਬੰਦ ਹੈ ਜੀ, ਇਹਨਾਂ ਦਾ ਮਤਲਬ ਇਹ ਹੈ ਵੀ ਸਾਡੇ ਜਾਣੀ ਕਿ ਪਿੰਡ ਕੁਝ ਫ੍ਰੀ ਕੀਤੇ ਜਾਣ, ਤੇ ਇਹ ਟੋਲ ਪਲਾਜ਼ਾ ਫ੍ਰੀ ਕਰੀ ਬੈਠੇ ਆ। ਜੇ ਟੋਲ ਪਲਾਜ਼ਾ ਫ੍ਰੀ ਰਹੂਗਾ ਤੇ ਕੰਪਨੀ ਨੂੰ ਪੈਸਾ ਤਾਂ ਆਉਣਾ ਨਹੀਂਗਾ, ਤੇ ਸਾਡੀਆਂ ਜਿਹੜੀਆਂ ਤਨਖਾਹਾਂ ਉਹ ਤਾਂ ਬੰਦ ਆ ਫਿਰ ਜੀ। ਉਸ ਮਸਲੇ ਦੇ ਵਾਸਤੇ ਅਸੀਂ ਜਿਹੜਾ ਇਹ ਟੋਲ ਨੂੰ ਇਸ ਟਾਈਮ ਬੰਦ ਕਰਿਆ ਹੋਇਆ। ਇਹ ਧਰਨਾ ਚੱਕਣ ਤਾਂ ਤੁਸੀਂ ਇੱਥੇ ਟੋਲ ਸ਼ੁਰੂ ਕਰੋਗੇ? ਜੇ ਇਹ ਉੱਠਣ ਕਿਸੇ ਪਾਸੇ ਜੀ, ਕਿਉਂਕਿ ਮਸਲਾ ਬਣ ਗਿਆ ਜੀ। ਇਹ ਮਸਲਾ ਇਕੱਲੀ ਇਹ ਜਥੇਬੰਦੀ ਦਾ ਨਹੀਂ ਕਹਿੰਦੇ, ਜੇ ਅਸੀਂ ਇਹ ਉੱਠ ਖੜਦੀ ਆ ਤੇ ਕੋਈ ਨਵੀਂ ਜਥੇਬੰਦੀ ਫੇਰ ਆ ਕੇ ਬੈਠੂਗਾ ਸਾਡੇ ਪਿੰਡ ਫ੍ਰੀ ਕਰੋ, ਕਿਉਂਕਿ ਇਹਨਾਂ ਦੇ ਨਿੱਜੀ ਮਾਮਲੇ ਆ। ਜਿੱਥੋਂ ਇਹਨਾਂ ਨੇ ਫੰਡ ਇਕੱਠਾ ਕੀਤਾ ਹੁੰਦਾ, ਜਿੱਥੋਂ ਗ੍ਰਾਹੀ ਕੀਤੀ ਹੁੰਦੀ ਆ, ਉੱਥੇ ਪਹਿਲਾਂ ਇਹ ਕਹਿੰਦੇ ਅਸੀਂ ਟੋਲ ਫ੍ਰੀ ਕਰਾਵਾਂਗੇ ਤੁਹਾਡੇ ਪਿੰਡਾਂ ਦੇ। ਇਹ ਆਪਦੇ ਇੱਕ ਜਥੇਬੰਦੀ ਨਹੀਂ, ਹਰੇਕ ਜਥੇਬੰਦੀ ਜੇ ਉੱਠ ਖੜੀ ਇੱਥੇ ਹੋਰ ਆ ਕੇ ਬਹਿ ਜੂਗਾ। ਪਰ ਰੌਲਾ ਇਹ ਪ੍ਰਸ਼ਾਸਨ ਨੂੰ ਇਹ ਗੱਲ ਜਾਣੀ ਕਿ ਸਾਡਾ ਮੁੱਦਾ ਇਹ ਹੈ ਵੀ ਪ੍ਰਸ਼ਾਸਨ ਤਾਂ ਅਸੀਂ ਬੈਠੇ ਹਾਂ ਧਰਨਾ ਲਾ ਕੇ ਵੀ ਇਹਨੂੰ ਪੱਕਾ ਹੀ ਨਿਬੇੜਿਆ ਜਾਵੇ, ਜਿਹੜਾ ਕੋਈ ਪੱਕਾ ਹੱਲ ਕੱਢਿਆ ਜਾਵੇ, ਤਾਂ ਕਰਕੇ ਬਾਰ-ਬਾਰ ਟੋਲ ਪਲਾਜ਼ਾ ਬੰਦ ਨਾ ਕੀਤਾ ਜਾਵੇ। ਇਹ ਕਿਸਾਨਾਂ ਨੇ ਗੱਲ ਕਰਨੀ ਹੈ ਤਾਂ ਤੁਹਾਡੇ ਉੱਚ ਨਾਲ ਗੱਲ ਕਰਨੀ, ਤੁਸੀਂ ਧਰਨਾ ਕਿਉਂ ਲਗਾਇਆ? ਸਾਰਾ ਫੈਸਲਾ ਉਹਨਾਂ ਨੇ ਕਰਨਾ ਹੈ, ਤੇ ਤੁਸੀਂ ਵਿਚਾਲੇ ਕੜੀ ਕਿਉਂ ਬਣੇ ਬੈਠੇ ਹੋ? ਸਾਡੀਆਂ ਤਨਖਾਹਾਂ ਬੰਦ ਪਈਆਂ, ਕੰਪਨੀ ਸਾਨੂੰ ਤਨਖਾਹ ਨਹੀਂ ਦੇ ਰਹੀ ਜੀ। ਕੰਪਨੀ ਨੇ ਤਾਂ ਸਰੈਂਡਰ ਕਰ ਜਾਣਾ, ਟੋਲ ਪਲਾਜ਼ਾ ਛੱਡ ਜਾਣਾ ਬਈ। ਜਦੋਂ ਉਹਨਾਂ ਦਾ ਟਾਈਮ ਪੂਰਾ ਗਿਆ, ਉਹਨੂੰ ਪਤਾ ਲੱਗ ਗਿਆ ਵੀ ਸਾਨੂੰ ਇੱਥੇ ਨਹੀਂ ਕੁਝ ਬਚਦਾ, ਉਹਨਾਂ ਨੇ ਸਰੈਂਡਰ ਕਰ ਦੇਣਾ। ਉਹ ਤਾਂ ਹੁਣ ਚੁੱਪ ਕਰਕੇ ਬੈਠੇ ਆ, ਉਹਦਾ ਬੋਲਦੇ ਵੀ ਨਹੀਂਗੇ। ਪਰ ਰੌਲਾ ਗੱਲ ਕੀ ਆ, ਅਸੀਂ ਚੱਕੀ ਦੇ ਪੌੜਾਂ ਨੂੰ ਵਿਚਾਲੇ ਫਸੇ ਹੋਏ ਅਸੀਂ ਆ। ਨਾ ਤਾਂ ਕਿਸਾਨ ਬੋਲਦੇ ਆ, ਉਹ ਆ ਜਾਂਦੇ ਆ 2-4 ਜਣੇ ਆ, ਜਿਹਨੇ 15 ਜਣੇ 20 ਜਣੇ, ਦੋ ਨਾਅਰੇ ਲਾ ਕੇ ਚੁੱਪ ਕਰਕੇ ਬਹਿ ਜਾਂਦੇ ਆ। ਨਾ ਕੁਛ ਉਹਨਾਂ ਨੇ ਕੋਈ ਹਿਲ ਜੁਲ ਕਰਦੇ, ਕੁਛ ਵੀ ਨਹੀਂ ਕਰਦੇ। ਉਹ ਕੰਪਨੀ ਆਪਦੇ ਕਮਰਿਆਂ 'ਚ ਏਸੀ ਛੱਡ ਕੇ ਬਹਿ ਜਾਂਦੀ ਆ, ਬੈਠੇ ਰੋਡ 'ਤੇ ਸਾਰਾ ਦਿਨ ਅਸੀਂ ਰਹਿੰਦੇ ਹਾਂ।
ਤੁਸੀਂ ਫਿਰ ਆਪਣੇ ਅਧਿਕਾਰੀ ਨਾਲ ਗੱਲ ਨਹੀਂ ਕੀਤੀ ਵੀ ਇਹ ਹੱਲ ਕਰੋ, ਸਾਡੀ ਤਨਖਾਹ ਦਾ ਹੱਲ ਕਰੋ? ਫਿਰ ਅਸੀਂ ਉਹਨਾਂ ਨਾਲ ਇਹੀ ਗੱਲ ਹੱਲ ਕਰਦੇ, ਉਹ ਕਹਿੰਦੇ ਵੀ ਜੇ ਸਾਡੇ ਕੋਲੇ ਪੈਸਾ ਆਊਗਾ ਤਾਂ ਅਸੀਂ ਤਾਂ ਹੀ ਤੁਹਾਨੂੰ ਪੈਸਾ ਦੇਵਾਂਗੇ, ਸਾਡੇ ਕੋਲ ਜੇ ਪਰਚੀ ਰੋਡ ਤੇ ਕੱਟੀ ਜਾਊਗੀ, ਗੱਡੀ ਆਊਗੀ, ਬੂਥ ਤੇ ਖੜੂਗੀ, ਫੇਰ ਹੀ ਹੱਲ ਆ ਪੈਸੇ ਦਾ। ਜਿਹੜੇ ਕਿਸਾਨ ਹੈ ਵੀ ਆਪਣੇ ਪਿੰਡਾਂ 'ਚ ਇਹਨਾਂ ਗੱਲ ਨਹੀਂ ਕੀਤੀ, ਅਸੀਂ ਤੁਹਾਡੇ ਹੀ ਪੁੱਤਾਂ ਸਾਡੇ ਰੁਜ਼ਗਾਰ ਦਾ ਪ੍ਰਬੰਧ ਕਰੋ, ਸਾਡੇ ਰੁਜ਼ਗਾਰ ਨੂੰ ਕਿਉਂ ਨੁਕਸਾਨ ਪਹੁੰਚਾ ਰਹੇ ਹੋ? ਬਈ ਰੌਲਾ ਪਤਾ ਕੀ ਹੈ, ਜਿਹੜੇ ਸਾਡੇ ਟੋਲ ਪਲਾਜ਼ੇ ਤੇ ਮੁੰਡੇ ਕੁੜੀਆਂ ਲੱਗੇ ਹੋਏ ਨਾ, ਇਹਨਾਂ ਨੂੰ ਇਹੀ ਕਿਸਾਨ ਜਥੇਬੰਦੀਆਂ ਵਾਲੇ ਹੁਣ ਗੁੰਡੇ ਦੱਸਦੇ ਆ ਵੀ ਇਹ ਗੁੰਡੇ ਬਿਠਾਏ ਆ ਸਰਕਾਰਾਂ ਨੇ, ਇਹ ਗੁੰਡੇ ਬਿਠਾਏ ਆ ਕੰਪਨੀਆਂ ਨੇ। ਅਸੀਂ ਗੁੰਡੇ ਨਹੀਂ, ਕਿਉਂ ਸਾਡਾ ਕਿਸੇ ਨਾਲ ਲੜਨ ਨੂੰ ਜੀ ਨਹੀਂ ਕਰਦਾ, ਅਸੀਂ ਆਪਦਾ ਕਿੱਤੇ ਨਾਲ ਜੁੜੇ ਹੋਏ ਆ, ਕੰਮ ਕਰਦੇ ਆ। ਪਰ ਜਦੋਂ ਕੋਈ ਪੀ ਕੇ ਪਿੱਛੇ ਫਰੀ ਦੀ ਦਾਰੂ ਆ ਕੇ ਟੋਲ ਪਲਾਜ਼ੇ ਤੇ ਕੁੜੀਆਂ ਨੂੰ ਗਲਤ ਬੋਲਦਾ ਜਾਂ ਸਾਡੇ ਕਿਸੇ ਮੁੰਡੇ ਨੂੰ ਗਾਲ ਕੱਢਦਾ, ਫਿਰ ਗਾਲ ਕੌਣ ਲਊਗਾ ਦੱਸੋ ਤੁਸੀਂ? ਸਾਡਾ ਟੋਲ ਪਲਾਜ਼ੇ ਤੇ ਉਦੋਂ ਹੀ ਇਹਨਾਂ ਨਾਲ ਜਿਹੜੇ ਕੋਈ ਲੜਾਈ ਝਗੜਾ ਉਦੋਂ ਹੁੰਦਾ ਜਦੋਂ ਕਿਉਂ ਗੱਡੀ 400 ਲੰਘਦੀ ਹੈ ਜੀ, 400 ਦੇ ਵਿੱਚੋਂ ਕਿਉਂ 5-7 ਗੱਡੀਆਂ ਇਹੋ ਜਿਹੀਆਂ ਆਉਂਦੀਆਂ ਜਿਹੜੀਆਂ ਆ ਕੇ ਸਾਡੇ ਨਾਲ ਖੌਰੂ ਪਾਉਂਦੀਆਂ। ਮਤਲਬ ਕੀ ਇਹ ਜਿਹੜੇ ਲੜਨ ਵਾਲੇ ਮੂਡ 'ਚ ਆਉਂਦੇ ਆ, ਉਹ ਵਿਆਹਾਂ ਸ਼ਾਦੀਆਂ ਜਿਹੜੇ ਦਾਰੂ ਪੀ ਕੇ ਆਉਂਦੇ ਆ ਵੀ ਇਹ ਟੋਲ ਤੇ ਖਰੀ ਕਰਨੀ ਆ, ਉਹ ਖਰੀ ਕਰਦੇ ਆ ਤੇ ਮਗਰੋਂ ਦੀ ਜਿਹੜੀ ਛੰਡ ਲਵਾ ਕੇ ਜਾਂਦੇ ਆ ਟਿਕਾ ਕੇ। ਤੇ ਉਹ ਕਹਿੰਦੇ ਅਸੀਂ ਕਹਿ ਰਹੇ ਨਾ ਜਿਹੜੇ ਬੰਦਿਆਂ ਨੂੰ, ਕਿਸਾਨ ਕਹਿ ਰਹੇ ਆ ਕਿ ਸਾਡੇ ਨਾਲ ਬੈਠੋ ਤੁਸੀਂ, ਸਾਡੇ ਧੀ ਪੁੱਤੋਂ ਅਸੀਂ ਇਸ ਤੋਂ ਬਾਅਦ ਤੁਹਾਡੀ ਤਨਖਾਹ ਲਈ ਲੜਾਂਗੇ, ਕਿਸਾਨ ਇਹ ਕਹਿ ਰਹੇ ਨੇ। ਨਹੀਂ, ਤਨਖਾਹ ਲਈ ਲੜਾਂਗੇ ਰੌਲਾ ਅਸੀਂ ਕਿਦਾਂ ਦੇ ਉਸ ਮੁੱਦੇ ਤੇ ਇਸ ਬਾਰੇ ਗੱਲ ਕਰ ਰਹੇ ਹਾਂ, ਜਿਹੜੇ ਤੁਹਾਡੇ ਪਿੰਡਾਂ ਦਾ ਮਸਲਾ, ਤੁਸੀਂ ਕੰਪਨੀ ਨਾਲ ਬੈਠ ਕੇ, ਅਸੀਂ 5-7 ਮੀਟਿੰਗਾਂ ਹੋ ਗਈਆਂ, ਕਿਸੇ ਮੀਟਿੰਗ ਤੇ ਸਾਡੇ ਨਾਲ ਗਿਣ ਕੇ ਇਹ ਕੰਪਰੋਮਾਈਜ਼ ਨਹੀਂ ਕਰਦੇ। ਤਹਿਸੀਲਦਾਰ ਸਾਹਿਬ ਨੇ ਕੱਲ੍ਹ ਸਾਨੂੰ ਸ਼ਾਮ ਨੂੰ ਧਰਨਾ ਚੁਕਾਇਆ, ਕਹਿੰਦੇ ਵੀ ਆਪਣੀ 1 ਵਜੇ ਮੀਟਿੰਗ ਆ ਤੇ ਆਪਾਂ 1 ਵਜੇ ਮੀਟਿੰਗ ਕਰਕੇ ਉਸ ਤੋਂ ਬਾਅਦ ਆਪਾਂ ਜਿਹੜਾ ਫੈਸਲਾ ਉਹ ਦੇਖਾਂਗੇ। 1 ਵਜੇ ਮੀਟਿੰਗ ਤੋਂ ਭੱਜ ਗਏ, ਸਾਡੇ ਨਾਲ ਮੀਟਿੰਗ ਹੀ ਨਹੀਂ ਕਰੀ ਇਹਨਾਂ ਨੇ। ਕਿਉਂ ਭੱਜ ਜਾਏਗਾ? ਮਸਲੇ ਦਾ ਹੱਲ ਕਿਉਂ ਚਾਹੁੰਦੇ ਇਹ? ਕਿਉਂਕਿ ਜਿਹੜੇ ਇੱਥੇ ਜਿਹੜੇ ਬੈਠੇ ਹੋਏ ਆਗੂ, ਇਹਨਾਂ ਦਾ ਕੋਈ ਫੈਸਲਾ ਸਹੀ ਨਹੀਂ, ਫੈਸਲਾ ਲੈ ਹੀ ਨਹੀਂ ਰਹੇ ਕੋਈ। 2 ਜਥੇਬੰਦੀਆਂ ਹੈ ਜੀ, ਇੱਕ ਕ੍ਰਾਂਤੀਕਾਰੀ, ਇੱਕ ਸਿੱਧੂਪੁਰ ਆ, ਦੋਨੇ ਅੱਡੋ ਅੱਡੀ ਆਗੂ ਆ, ਆਪਦੇ ਅੱਡੋ ਅੱਡੀ ਫੈਸਲੇ ਸੁਣਾਉਂਦੇ ਆ। ਦੋਨਾਂ ਦੀ ਦੋਨੇ ਜਥੇਬੰਦੀਆਂ ਦੀ ਆਪਸ ਵਿੱਚ ਤਾਲਮੇਲ ਹੀ ਹੈ ਨਹੀਂ ਗਈ, ਗੱਲ ਹੀ ਨਹੀਂ ਕਰ ਰਹੇ ਕੋਈ ਬੈਠ ਕੇ ਇੱਕ ਮੁੱਦੇ ਤੇ ਗੱਲ ਕਰਨ ਸਾਡੇ ਨਾਲ ਬੈਠ ਕੇ। ਅਸੀਂ ਕਹਿੰਦੇ ਨਾਲ ਬੈਠਾਂਗੇ। ਚ ਰੌਲਾ ਗੱਲਾਂ ਚੀਜ਼ ਦਾ ਟੋਲ ਪਲਾਜ਼ਾ ਫ੍ਰੀ ਕਰਾਉਣ ਦਾ ਨਹੀਂ ਜੀ, ਪੂਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕਰਵਾਓ, ਅਸੀਂ ਨਾਲ ਬਹਿੰਦੇ ਹਾਂ। ਰੌਲਾ ਤੇਲ ਕਿੱਥੇ ਚਾਹ ਵੜਿਆ, ਸਾਰਾ ਕੁਝ ਦੇਖੋ, ਮਹਿੰਗਾਈ ਕਿੰਨੀ ਵੱਧ ਗਈ ਹੈ, ਉਸ ਮੁੱਦੇ 'ਤੇ ਹੀ ਬੋਲਣ ਦੀ ਲੋੜ ਹੈ। ਪੰਜਾਬ ਦਾ ਪਾਣੀ ਕਿੱਧਰ ਨੂੰ ਜਾ ਰਿਹਾ, ਉਹ 'ਤੇ ਹੀ ਬੋਲਣ ਦੀ ਲੋੜ ਹੈ। ਚੰਡੀਗੜ੍ਹ ਪੰਜਾਬ ਦਾ ਕਿਉਂ ਖੋਇਆ ਜਾ ਰਿਹਾ, ਉਹ 'ਤੇ ਹੀ ਬੋਲਣ ਦੀ ਲੋੜ ਹੈ। ਕੱਲਾ ਟੋਲ ਪਲਾਜ਼ਾ ਕਿਉਂ ਦੱਸਦਾ ਜੀ? ਜਿੱਦੇ ਟੋਲ ਪਲਾਜ਼ੇ ਲੱਗਦੇ ਸੀ ਉਦੋਂ ਕਿਉਂ ਨਹੀਂ ਬੋਲਿਆ ਕੋਈ ਵੀ ਇਹ ਟੋਲ ਪਲਾਜ਼ਾ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ? ਪਰ ਰੌਲਾ ਗੱਲ ਕੀ ਹੈ, ਹੁਣ ਸਾਰਿਆਂ ਨੂੰ, ਕਿਉਂਕਿ ਜੇ ਇੱਥੇ 70-72 ਮੁੰਡੇ ਜਿਹੜੇ ਕੰਮ ਕਰਦੇ ਨਾ ਬਾਈ, ਉਹ ਹੁਣ ਜੇ ਟੋਲ ਪਲਾਜ਼ਾ ਕੰਪਨੀ ਛੱਡ ਕੇ ਭੱਜਦੀ ਆ, 70-72 ਮੁੰਡੇ ਚਿੱਟਾ ਪੀਣ ਲੱਗਣਗੇ, ਫਿਰ ਬੇਰੁਜ਼ਗਾਰ ਹੋ ਗਏ ਕਿ ਕਿਸੇ ਦੀਆਂ ਮੋਟਰਾਂ ਤੋਂ ਤਾਰਾਂ ਲਾਉਣਗੇ, ਫਿਰ ਜਾਂ ਇੱਥੋਂ ਲੁੱਟਾਂ ਖੋਹਾਂ ਕਰਨਗੇ। ਫਿਰ ਰੌਲਾ ਗੱਲ ਕੀ ਹੈ, ਰੁਜ਼ਗਾਰ ਨੂੰ ਬਚਾਉਣ ਦੀ ਖਾਤਰ ਹੀ ਅਸੀਂ ਸੜਕਾਂ 'ਤੇ ਆਏ ਬੈਠੇ ਹਾਂ ਜੀ। ਪਰ ਕਿਸਾਨਾਂ ਦਾ ਪੱਖ ਹੈ ਕਿ ਇਸ ਤੋਂ ਪਹਿਲਾਂ ਕੁਝ ਹੋਰ ਟੋਲ ਪਲਾਜ਼ਿਆਂ ਦੇ ਉੱਪਰ ਵੀ ਤਕਰੀਬਨ 20 ਕਿਲੋਮੀਟਰ ਦੇ ਕਈ ਪਿੰਡ ਫ੍ਰੀ ਨੇ, ਤਾਂ ਫਿਰ ਇਹ ਜੀ ਟੋਲ ਪਲਾਜ਼ਾ ਕਿਉਂ ਨਹੀਂ ਕਰ ਰਿਹਾ? ਨਹੀਂ, ਜਿਹੜਾ ਫ੍ਰੀ ਵਾਲਾ ਸਿਸਟਮ ਨਹੀਂ ਹੈਗਾ ਬਈ, 20 ਕਿਲੋਮੀਟਰ ਦੂਰ ਦੇ ਏਰੀਏ 'ਚ ਇਕੱਲਾ ਪਾਸ ਹੈ, ਉਹ ਪਾਸ ਬਣਦਾ 315 ਰੁਪਈਏ ਦਾ ਪਾਸ। ਉਹ ਕੰਪਨੀ ਵੀ ਯਾਨੀ ਕਿ ਰੇਟ ਘੱਟ ਕਰਕੇ ਪਾਸ ਬਣਾਉਣ ਨੂੰ ਯਾਨੀ ਕਿ ਕਹਿ ਰਹੀ ਹੈ। ਜਿਹੜਾ ਇਹ ਕਹਿੰਦੇ ਆ ਜਮਾ ਫ੍ਰੀ ਆ, ਜਮਾ ਫ੍ਰੀ ਕੋਈ ਨਹੀਂਗਾ, ਉਹ ਇਕੱਲਾ ਲੈ ਰਹੇ ਨੇ। ਅੰਮ੍ਰਿਤਸਰ ਦਾ, ਮੁਕਤਸਰ ਦਾ 1-2 ਟੋਲ ਪਲਾਜ਼ਿਆਂ ਦਾ ਹੋਰ ਕਿਤੇ ਮੁਫਤ ਕਰ ਦਿੱਤਾ ਗਿਆ। ਨਹੀਂ, ਉਹ ਰੌਲਾ ਗੱਲ ਪਤਾ ਕੀ, ਉਹ ਕੰਪਨੀ ਦੇ ਹੱਥ 'ਚ ਹੁੰਦਾ ਹੈ। ਜਿਹੜੀ ਕੰਪਨੀ ਠੇਕਾ ਲੈ ਰਹੀ ਹੈ ਨਾ, ਉਹ ਆਪਦੀ ਸਿਰਦਰਦੀ ਤੇ ਆਪਦੇ ਲੋਸ ਤੇ ਉੱਤੇ ਸਾਰਾ ਕੁਝ ਨੁਕਸਾਨ ਝੱਲਦੀ ਹੁੰਦੀ ਹੈ ਵੀ ਸਾਨੂੰ ਇਹਦੇ ਵਿੱਚ ਘਾਟਾ ਪੈ ਰਿਹਾ ਕਿ ਵਾਧਾ ਹੋ ਰਿਹਾ, ਉਹ ਆਪਦੇ ਸਿਰ ਤੇ ਛੱਡ ਸਕਦੀ, ਯਾਨੀ ਕਿ ਨੈਸ਼ਨਲ ਅਥਾਰਟੀ ਦਾ ਕੋਈ ਰੂਲ ਨਹੀਂ ਗਈ। ਪਰ ਇੱਕੋ ਕਹਿ ਰਹੇ ਜੇਕਰ 24 ਘੰਟੇ ਅੰਦਰ ਡਬਲ ਪਰਚੀ ਕਹਿੰਦੇ ਚਾਰਜ ਕੀਤੀ ਜਾ ਰਹੀ ਆ। ਨਹੀਂ, ਡਬਲ ਪਰਚੀ ਸਾਰੀ ਚੱਲਦੀ ਹੈ ਜੀ, ਉਹ ਤਾਂ ਉਹ ਡਬਲ ਪਰਚੀ ਚੱਲ ਰਹੀ ਹੈ। ਤੁਸੀਂ ਫਾਸਟੈਗ ਲਵਾਓ, ਸਿਸਟਮ ਜਿਹੜਾ ਫਾਸਟੈਗ ਲਵਾਉਣ ਵਾਸਤੇ ਹੀ ਇਸ਼ੂ ਯਾਨੀ ਕਿ ਚਾਲੂ ਕੀਤਾ ਹੋਇਆ ਤਾਂ ਕਿ ਲੋਕ ਛੇਤੀ ਫਾਸਟੈਗ ਲਵਾਉਣ ਜੀ। ਪਰ ਜਿਹੜੇ ਸਵਾਲਾਂ ਦੇ ਜਵਾਬ ਤੁਸੀਂ ਦੇ ਰਹੇ ਹੋ, ਉਹਨਾਂ ਦਾ ਹੱਕ ਤੁਹਾਡੇ, ਉਹਨਾਂ ਦੇ ਉੱਚ ਅਧਿਕਾਰੀਆਂ ਦਾ, ਪਰ ਸਵਾਲ ਦੇ ਜਵਾਬ ਤੁਸੀਂ ਦੇ ਰਹੇ ਹੋ। ਰੌਲਾ ਗੱਲ ਉਹ ਗੱਲ ਨਹੀਂ ਕਰਦੇ ਜੀ। ਜੇ ਸਾਡੇ ਨਾਲ ਬੈਠ ਕੇ ਗੱਲ ਕਰਨ, ਅਸੀਂ ਹੱਲ ਉਸ ਮਸਲੇ ਦਾ ਹੱਲ ਕੱਢ ਕੇ ਕੋਈ ਨਾ ਕੋਈ, ਸਾਡੇ ਨਾਲ ਬਹਿੰਦੇ ਨਹੀਂ। ਅਸੀਂ ਪ੍ਰਸ਼ਾਸਨ ਨਾਲ ਵੀ ਬੈਠ ਕੇ ਗੱਲ ਕਰਕੇ ਦੇਖ ਲਈ, 2 ਵਾਰ DSP ਸਾਹਿਬ ਨੇ ਗੱਲਬਾਤ ਕਰਕੇ ਦੇਖ ਲਈ, ਪਰ ਕੋਈ ਗੱਲ ਹੀ ਤਾਂ ਨਹੀਂ ਆਉਂਦੀ ਕਿਸੇ ਹਿਸਾਬ 'ਤੇ। ਤਾਂ ਹੁਣ ਪ੍ਰਸ਼ਾਸਨ ਦਾ ਕੀ ਕਹਿਣਾ ਹੈ? ਪ੍ਰਸ਼ਾਸਨ ਦੇਖੋ, ਜੇ ਪ੍ਰਸ਼ਾਸਨ ਪਹੁੰਚ ਰਿਹਾ ਗੱਲਬਾਤ ਵਾਸਤੇ, ਕੋਈ ਗੱਲ ਕੱਢ ਰਹੇ ਆ, ਜੇ ਹੱਲ ਹੁੰਦਾ ਤਾਂ ਠੀਕ ਆ, ਨਹੀਂ ਸਾਡਾ ਪ੍ਰੋਸੈਸ ਇਦਾਂ ਹੀ ਚੱਲੂਗਾ, ਯਾਨੀ ਕਿ ਜਿਹੜਾ ਚੱਲ ਰਿਹਾ ਧਰਨਾ ਲਗਾਤਾਰ ਚੱਲੂਗਾ ਜੀ। ਪਰ ਕਿਸਾਨ ਕਹਿ ਰਿਹਾ ਅਸੀਂ ਤਾਂ ਟੋਲ ਪਲਾਜ਼ੇ ਸਾਈਡ ਤੇ ਬੈਠੇ ਸੀ, ਮੁਫਤ ਕੀਤਾ ਸੀ ਇਕੱਲਾ, ਪਰ ਜੇ ਪੂਰਾ ਟੋਲ ਤੇ ਰੋਕਿਆ, ਰੋਕਣ ਪਰੇਸ਼ਾਨ ਕਰ ਰਹੇ ਨੇ ਜਥੇਬੰਦੀਆਂ, ਇਹ ਤੁਸੀਂ ਲੋਕ। ਨਹੀਂ, ਸਾਨੂੰ ਪਰੇਸ਼ਾਨ ਕਰਨ ਵਾਸਤੇ ਅਸੀਂ ਕਾਹਤੋਂ ਮਜਬੂਰ ਹੋਏ ਆ ਜੀ? ਇਹ ਉਹ ਲੋਕ ਆ ਜਿਹੜੇ ਅੱਜ ਅਸੀਂ ਜਿਹੜੇ ਖੱਜਲ ਖਵਾਰ ਹੋ ਰਹੇ ਆ, ਉਹ ਲੋਕ ਆ ਜਿਹੜੇ ਸਾਡੇ ਕੋਲ ਡੇਲੀ ਲੰਘਦੇ ਆ। ਸਾਡਾ ਵੀ ਮਨ ਦੁਖੀ ਹੁੰਦਾ ਇਸ ਮਸਲੇ ਤੇ ਵੀ ਜਿਹੜੇ ਸਾਡੇ ਨਿੱਤ ਮੂੰਹ ਮੱਥੇ ਲੱਗ ਕੇ ਲੋਕ ਲੰਘਦੇ ਆ ਟੋਲ ਪਲਾਜ਼ੇ ਉੱਤੋਂ ਦੀ, ਉਹ ਅੱਜ ਖੇਤਾਂ ਵਿੱਚ ਦੀ ਕੋਈ ਪਈਆਂ ਉੱਤੋਂ ਦੀ ਲੰਘਦਾ। ਪਰ ਰੌਲਾ ਗੱਲ ਕਿ ਸਾਡੇ ਰੁਜ਼ਗਾਰ ਦਾ ਮਸਲਾ ਆ ਗਿਆ ਵੀ ਤੁਸੀਂ ਤਾਂ ਪਾਸੇ ਹੋ ਕੇ ਬਹਿ ਗਏ ਹੋ, ਇੱਕ ਸਾਈਡ ਤੇ ਹੋ ਕੇ ਬਹਿ ਗਏ ਹੋ, ਨਾ ਤੁਸੀਂ ਕੁਝ ਗੱਲ ਤੇ ਆਉਣੇ, ਨਾ ਕੋਈ ਗੱਲ ਛੇੜਦੇ ਹੋ, ਨਾ ਕੋਈ ਤੁਸੀਂ ਇਸ ਨੂੰ ਸੰਘਰਸ਼ ਨੂੰ ਤੇਜ਼ ਕਰਦੇ ਹੋ, ਚੁੱਪ ਕਰਕੇ ਬੈਠੇ ਹੋ। ਲੰਗਰ ਪਹੁੰਚ ਜਾਂਦਾ, ਖਾ ਲੈਂਦੇ ਹੋ, ਪੈ ਜਾਂਦੇ ਹੋ, ਨਾਅਰੇ ਲਾ ਲੈਂਦੇ ਹੋ। ਪਰ ਰੌਲਾ ਮਸਲਾ ਕੀ ਆ ਵੀ ਇਹਨੂੰ ਇੱਕ ਪਾਸਾ ਕਰੋ, ਰੁਜ਼ਗਾਰ ਤਾਂ ਸਾਡਾ ਮਰਦਾ ਨਾ, ਅਸੀਂ ਕਿੰਨੇ ਕੁ ਟਾਈਮ ਪਾਸੇ ਬੈਠੇ ਰਵਾਂਗੇ? ਫਿਰ ਕੰਪਨੀ ਨੇ ਮਹੀਨੇ 1.5 ਮਹੀਨੇ ਤੱਕ ਸਰੈਂਡਰ ਕਰ ਜਾਣਾ ਚੁੱਪ ਕਰਕੇ, ਮੋਰੋ ਤੋਂ ਬਾਅਦ ਸਾਨੂੰ ਤਨਖਾਹਾਂ ਕੌਣ ਦੇਊਗਾ?
ਪਰ ਕੋਈ ਵੀ ਕਹਿ ਰਹੇ ਨੇ ਕਿ ਇੱਥੇ ਕੋਈ ਨਾ ਤਾਂ ਐਂਬੂਲੈਂਸ ਦਾ ਪ੍ਰਬੰਧ ਆ ਨਾ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ। ਬਈ ਉਹ ਹੁਣ ਕਹਿਣ ਲੱਗੇ ਆ ਇਹ ਕੰਪਨੀ ਇੱਥੇ, ਕਿਉਂਕਿ ਜੇ ਪਹਿਲਾਂ ਕਿਸਾਨੀ ਅੰਦੋਲਨ ਮੌਕੇ ਜਿਹੜਾ ਟੋਲ ਪਲਾਜ਼ਾ ਬੰਦ ਰਿਹਾ, ਕਿਉਂਕਿ ਇਹਦਾ ਠੇਕਾ ਹੁੰਦਾ ਜਿਹੜਾ ਰੋਡ ਜਾਣੀ ਕਿ 500 ਮੀਟਰ ਦੇ ਏਰੀਏ ਦੇ ਵਿੱਚ ਟੋਲ ਦੀ ਕੰਪਨੀ ਦਾ ਠੇਕਾ ਹੁੰਦਾ ਤੇ ਜਿਹੜਾ ਪੂਰੇ ਰੋਡ ਦਾ ਕੰਪਨੀ ਦਾ ਠੇਕਾ ਹੁੰਦਾ ਹੋਰ ਕੰਪਨੀ ਦਾ ਹੁੰਦਾ। ਉਹ ਕੰਪਨੀ ਦਾ ਟੈਂਡਰ ਪੂਰਾ ਹੋ ਗਿਆ, ਕੰਪਨੀ ਇੱਥੋਂ ਉੱਠ ਗਈ। ਉਦੋਂ ਪਹਿਲਾਂ ਜੀਆਰ ਕੰਪਨੀ ਸੀਗੀ, ਉਹ ਉੱਠ ਗਈ ਇੱਥੋਂ। ਉਦੋਂ ਪਹਿਲਾਂ ਕਿਸੇ ਨੇ ਕਿਸੇ ਨੂੰ ਪੁੱਛਿਆ ਨਹੀਂ ਵੀ ਇੱਥੇ ਹੁਣ ਮੰਨ ਲਓ ਅਸੀਂ ਵੀ ਕਹਿੰਦੇ ਆ ਵੀ ਜੇ ਸਾਡੇ ਕੱਲ੍ਹ ਨੂੰ ਕਿਸੇ ਕਰਮਚਾਰੀ ਦੇ ਕੋਈ ਸੱਟ ਵੱਜਦੀ ਆ ਜਾਂ ਕੋਈ ਐਕਸੀਡੈਂਟ ਹੁੰਦਾ, ਸਾਨੂੰ ਲਿਆਉਣ ਵਾਸਤੇ ਵੀ ਐਂਬੂਲੈਂਸ ਨਹੀਂ ਇੱਥੇ। ਤਾਂ ਅਸੀਂ ਇਹ ਚੀਜ਼ ਨੂੰ ਕਹਿੰਦੇ ਆ, ਪਰ ਉਹ ਹੁਣ ਕੰਪਨੀ 1 ਤਰੀਕ ਨੂੰ ਆ ਰਹੀ ਹੈ। ਜੇ ਰੋਡ ਚੱਲੂਗਾ, ਟ੍ਰੈਫਿਕ ਚੱਲੂਗੀ ਜਾਂ ਇਹਦਾ ਸਾਰਾ ਸਿਸਟਮ ਫੇਰ ਹੀ ਚੱਲੂਗਾ। ਜਿਹੜੀ ਕੰਪਨੀ ਜਿਹੜੀ ਮੈਨੇਜਮੈਂਟ ਜਿਹੜੀ ਸਾਂਭੂਗੀ ਰੋਡ ਦੀ ਸਫਾਈ ਬਾਰੇ, ਰੋਡ ਦੇ ਜੋ ਉਖਲੀਆਂ ਖੱਡੇ ਆ ਉਹਨਾਂ ਨੂੰ ਭਰਨ ਵਾਸਤੇ ਐਂਬੂਲੈਂਸ, ਕਰੇਨ ਵਗੈਰਾ ਸਾਰਾ ਦਾ ਪ੍ਰਬੰਧ ਉਹ ਕੰਪਨੀ ਨੇ ਕਰਨਾ ਜੀ। ਪਰ ਹੁਣ ਤਾਂ ਕੰਪਨੀ ਦੀ ਗਲਤੀ ਹੈ ਨਹੀਂ, ਉਹ ਇਹ ਕੰਪਨੀ ਦੀ ਗਲਤੀ ਨਹੀਂ ਜੀ। ਉਹ ਜਿਹੜੀ ਕੰਪਨੀ ਨੇ ਟੈਂਡਰ ਲਿਆ ਗਿਆ ਉਹਦੀ ਆ ਉਹ ਸਿਸਟਮ। ਉਹ ਜਿਹੜਾ NHI ਦਾ ਉੱਥੇ ਜਾ ਕੇ ਗੱਲ ਆਪਾਂ ਕਰ ਲੈ। ਜਿਹੜੇ ਇਹ ਮਸਲੇ ਤੇ ਬੈਠੇ ਆ ਪਿੰਡ ਫ੍ਰੀ ਕਰਾਉਣ ਵਾਸਤੇ ਜਾਂ ਜਿਹੜਾ ਕਰੇਨ ਵਾਲੇ ਮੁੱਦੇ ਤੇ, ਐਂਬੂਲੈਂਸ ਵਾਲੇ ਮੁੱਦੇ ਤੇ, ਉਹ ਢਿੱਲੋਂ ਕਲੋਨੀ ਦੇ ਵਿੱਚ NHI ਦਾ ਦਫ਼ਤਰ ਹੈ, ਉਹ ਉੱਥੇ ਜਾ ਕੇ ਮਸਲੇ ਹੱਲ ਕਰਨ ਵਾਲੇ ਆ। ਇਹ ਕੰਪਨੀ ਨੇ, ਇਹ ਤਾਂ ਕੋਈ ਕਿਸਾਨ ਵੀਰ ਉੱਠੇ ਅਸੀਂ ਕਹਿ ਦਿੰਦੇ ਅਸੀਂ ਠੇਕੇ ਤੇ ਦਵਾ ਦਿੰਦੇ ਟੋਲ ਪਲਾਜ਼ਾ ਲੈ ਲੈਣ। ਇਹ ਤਾਂ ਪੈਸਾ ਭਰਦਾ ਇੱਕ ਬੰਦਾ, ਪੈਸਾ ਭਰ ਕੇ ਆਪਦਾ ਠੇਕੇ ਤੇ ਲੈਂਦਾ, ਜਿਵੇਂ ਬਾਂਹ ਠੇਕੇ ਤੇ ਲੈ ਲੈਂਦੇ ਆ, ਉਹ ਮਸਲਾ ਇਹ। ਅਸੀਂ ਉਹਦੇ ਤੇ ਥੱਲੇ ਕੰਮ ਕਰਦੇ ਹਾਂ ਜਾ ਕੇ ਉੱਥੇ ਜੀ। ਤੇ ਗੱਲਬਾਤ ਕਰਨ ਬਹੁਤ ਧੰਨਵਾਦ ਜੀ। ਧੰਨਵਾਦ। ਤਾਂ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਦੇ ਆਪਣੇ ਪੱਖ ਨੇ, ਕਿਸਾਨਾਂ ਦੇ ਆਪਣੇ ਪੱਖ ਨੇ। ਆਪਾਂ ਹੁਣ ਗੱਲ ਕਰਾਂਗੇ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਕਿ ਮੀਟਿੰਗ ਤੋਂ ਬਾਅਦ ਕੀ ਨਤੀਜਾ ਨਿਕਲਦਾ ਹੈ। ਸਰ ਹੁਣ ਮੀਟਿੰਗ ਹੋਈ ਹੈ ਪ੍ਰਸ਼ਾਸਨ ਦੇ ਨਾਲ, ਕੀ ਨਤੀਜਾ ਨਿਕਲਿਆ ਜੀ? ਇਹਨਾਂ ਦੀ ਮੀਟਿੰਗ ਕਰਾਵਾਂਗੇ ਮੰਡੇ ਨੂੰ, ਫਿਰ ਦੁਬਾਰਾ ਟਾਈਮ ਹੈ ਜਿਹੜੇ SSP ਸਾਹਿਬ ਜਾਂ DC ਸਾਹਿਬ ਨਾਲ ਕਿਸੇ ਦੀ ਮੀਟਿੰਗ ਕਰਾਵਾਂਗੇ ਇਹਨਾਂ ਦੀ, ਠੀਕ ਹੈ। ਤੇ ਜੋ ਵੀ ਇਹਨਾਂ ਦਾ ਹੱਲ ਨਿਕਲੂਗਾ ਉਦੋਂ ਪਤਾ ਲੱਗ ਜਾਏਗਾ। ਇਹ ਮੰਨ ਗਏ ਨੇ, ਕਹਿੰਦੇ ਵੀ ਮੰਡੇ ਨੂੰ ਜੋ ਚਲੋ ਮੀਟਿੰਗ ਹੋਊਗੀ, ਮੀਟਿੰਗ 'ਚ ਸਾਡਾ ਕੋਈ ਹੱਲ ਹੋ ਗਿਆ ਤਾਂ ਵਧੀਆ। ਇੱਕ ਦੋਸ਼ ਲਗਾਇਆ ਸੀ ਕਿਸਾਨਾਂ ਦੇ ਉੱਪਰ ਕਿ ਰਾਤ ਨੂੰ ਦਾਰੂ ਪੀ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਜੀ। ਅੱਛਾ ਜੀ, ਇਹਨਾਂ ਨੂੰ ਕਹਿ ਦਾਂਗੇ ਵੀ ਲਿਖਤੀ ਕੰਪਲੇਂਟ ਦੇ ਦੇਣ ਉਹਦੇ ਬਾਰੇ, ਜੋ ਬਣਦੀ ਕਾਰਵਾਈ ਉਹ ਕਰ ਦਾਂਗੇ। ਹੁਣ ਟੋਲ ਪਲਾਜ਼ਾ ਖੁੱਲ ਚੁੱਕਿਆ ਜੀ? ਹਾਂਜੀ, ਟੋਲ ਪਲਾਜ਼ਾ ਖੁੱਲ ਚੁੱਕਿਆ, ਪਰਚੀ ਨਹੀਂ ਚੱਲਦੀ। ਠੀਕ ਹੈ ਜੀ, ਕਿੰਨੇ ਦਿਨ ਖੁੱਲ੍ਹਾ ਰਹੂਗਾ ਜੀ ਹੋਰ? ਇਹ ਤਾਂ ਹੁਣ ਇਹਨਾਂ ਤੇ ਆ, ਪ੍ਰੋਟੈਸਟਰਸ ਤੇ, ਆਪਾਂ ਨੂੰ ਕੀ ਪਤਾ। ਪ੍ਰਸ਼ਾਸਨ ਦੇ ਨਾਲ ਮੀਟਿੰਗ ਤੋਂ ਬਾਅਦ ਹੁਣ ਟੋਲ ਪਲਾਜ਼ਾ ਖੁੱਲ ਚੁੱਕਿਆ ਹੈ। ਕਿਸਾਨ ਪਹਿਲਾਂ ਹੀ ਸਾਈਡ ਦੇ ਉੱਪਰ ਬੈਠੇ ਹੋਏ ਸੀ ਤੇ ਹੁਣ ਜੋ ਟੋਲ ਪਲਾਜ਼ੇ ਦੇ ਕਰਮਚਾਰੀ ਸੀ, ਇਹਨਾਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਆ। ਸੋਮਵਾਰ ਦਾ ਸਮਾਂ ਇਹਨਾਂ ਦੀ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਵੇਗੀ ਤੇ ਉਹਨੇ ਟੋਲ ਪਲਾਜ਼ਾ ਖੋਲ੍ਹਿਆ ਗਿਆ। ਕਿਸਾਨਾਂ ਦੇ ਵੱਲੋਂ ਆਪਣੀਆਂ ਟਰਾਲੀਆਂ ਨੂੰ ਸਾਈਡ ਕੀਤਾ ਜਾ ਰਿਹਾ ਹੈ ਤੇ ਉਧਰ ਟੋਲ ਕਰਮਚਾਰੀ ਵੀ ਸਾਈਡ ਜੋ ਸੜਕ ਨੂੰ ਖੋਲ੍ਹ ਕੇ ਹੁਣ ਇੱਕ ਪਾਸੇ ਬੈਠ ਚੁੱਕੇ ਨੇ ਤੇ ਟੋਲ ਪਲਾਜ਼ਾ ਪਹਿਲਾਂ ਦੇ ਵਾਂਗ ਚੱਲੇਗਾ। ਪਰ ਇੱਥੇ ਪਰਚੀ ਕੋਈ ਵੀ ਨਹੀਂ ਲੱਗੇਗੀ ਜਿੰਨਾ ਚਿਰ ਤੱਕ ਕੋਈ ਅੰਤਿਮ ਜੋ ਸਹਿਮਤੀ ਨਹੀਂ ਬਣੀ ਉਸ ਸਮੇਂ ਤੱਕ ਇੱਥੇ ਪਰਚੀ ਨਹੀਂ ਚੱਲੇਗੀ। ਪਰ ਜੋ ਰਾਹਗੀਰ ਨੇ ਉਹ ਟੱਪਦੇ ਰਹਿਣਗੇ ਪਹਿਲਾਂ ਦੇ ਵਾਂਗ। ਤੇ ਸੋਮਵਾਰ ਨੂੰ ਹੁਣ ਦੁਬਾਰਾ ਇਹਨਾਂ ਦੀ ਮੀਟਿੰਗ ਹੋਵੇਗੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਨਾਲ ਤੇ ਉਸ ਤੋਂ ਬਾਅਦ ਸਾਹਮਣੇ ਅਗਲਾ ਜੋ ਐਕਸ਼ਨ ਹੈ, ਅਗਲੀ ਕਾਰਵਾਈ ਕੀ ਹੁੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਾਕੀ ਟੋਲ ਪਲਾਜ਼ਿਆਂ ਦੇ ਉੱਪਰ 20 ਕਿਲੋਮੀਟਰ ਦੇ ਘੇਰੇ ਵਿੱਚ ਪਿੰਡ ਫ੍ਰੀ ਕੀਤੇ ਹੋਏ ਨੇ, ਪਰ ਜੋ ਜੀਦਾ ਟੋਲ ਪਲਾਜ਼ਾ ਹੈ ਇਸ ਨੇ ਮਹਿਜ਼ 4-5 ਕਿਲੋਮੀਟਰ ਤੱਕ ਦੇ ਹੀ ਜੋ ਪਿੰਡ ਦੇ ਫ੍ਰੀ ਕੀਤੇ ਹੋਏ ਨੇ, ਬਾਕੀ ਫ੍ਰੀ ਨਹੀਂ ਕੀਤੇ ਜਾ ਰਹੇ। ਸਾਡੀ ਮੰਗ ਸੀ ਕਿ ਜੋ ਬਾਕੀ ਪਿੰਡ ਵੀ ਨੇ ਉਹ ਵੀ ਕੀਤੇ ਤੇ ਹੁਣ ਸੋਮਵਾਰ ਨੂੰ ਇਸ ਦਾ ਨਤੀਜਾ ਸਾਹਮਣੇ ਆਵੇਗਾ। ਅਜਿਹੇ ਹੋਰ ਖਾਸ ਇੰਟਰਵਿਊ ਤੇ ਖਬਰਾਂ ਦੇਖਣ ਦੇ ਲਈ ਬਣੇ ਰਹੋ RMB ਟੈਲੀਵਿਜ਼ਨ ਦੇ ਨਾਲ। ਧੰਨਵਾਦ।